ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਮੇਨ ਕੋਰਸ ਬੁੱਕ, ਉਸ ਦਾ ਲੈਸਨ ਨੰਬਰ 2 ਵੇਅਰ ਇਜ਼ ਸਾਇੰਸ ਟੇਕਿੰਗ ਅਸ, ਅਰਥਾਤ ਵਿਗਿਆਨ ਸਾਨੂੰ ਕਿਸ ਪਾਸੇ ਲੈ ਕੇ ਜਾ ਰਿਹਾ ਹੈ। ਇਸ ਲੈਸਨ ਦੀ ਅਸੀਂ ਰੀਡਿੰਗ, ਐਕਸਪਲੇਨੇਸ਼ਨ ਅਤੇ ਟਰਾਂਸਲੇਸ਼ਨ ਤਰਜਮਾ ਉਲਥਾ ਕਰਾਂਗੇ, ਕਿਉਂਕਿ ਲੈਸਨ ਇੰਨਾ ਛੋਟਾ ਵੀ ਨਹੀਂ ਕਿ ਇਹਨੂੰ ਇੱਕ ਵੀਡੀਓ 'ਚ ਮੁਕੰਮਲ ਕੀਤਾ ਜਾ ਸਕੇ। ਸੋ ਮੈਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਸੋ ਇਹ ਪਹਿਲਾ ਪਾਰਟ ਅਸੀਂ ਕਰਾਂਗੇ, ਤਕਰੀਬਨ ਅੱਧਾ ਹਿੱਸਾ ਇਸ ਲੈਸਨ ਦਾ ਕਰਾਂਗੇ। ਸੋ ਇਸ ਲੈਸਨ ਦੇ ਵਿੱਚ ਕੁਝ ਸ਼ਬਦ ਤੇ ਸ਼ਬਦ ਜੋੜ ਐਸੇ ਆਉਣਗੇ ਅੰਗਰੇਜ਼ੀ ਦੇ ਜਿਨ੍ਹਾਂ ਦਾ ਸ਼ਾਇਦ ਤੁਹਾਨੂੰ ਪਹਿਲੇ ਨਾ ਪਤਾ ਹੋਵੇ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਉਹਨਾਂ ਦੇ ਮਤਲਬ ਜਿਹੜੇ ਨੇ ਉਹ ਦੱਸੇ ਜਾਣਗੇ ਤੁਹਾਨੂੰ, ਉਹ ਨਾਲ ਦੇ ਨਾਲ ਤੁਸੀਂ ਲਿਖਦੇ ਜਾਣੇ ਨੇ। ਇਸ ਲੈਸਨ ਰਾਹੀਂ ਵੀ ਜਿਵੇਂ ਪਹਿਲੇ ਹੁੰਦਾ ਹੈ, ਤੁਹਾਡੇ ਜਿਹੜਾ ਸ਼ਬਦਾਂ ਦਾ ਭੰਡਾਰ ਹੈ ਅੰਗਰੇਜ਼ੀ ਦਾ, ਉਹਦੇ ਵਿੱਚ ਬਹੁਤ ਸਾਰਾ ਵਾਧਾ ਹੋਏਗਾ ਤੇ ਤੁਸੀਂ ਧਿਆਨ ਨਾਲ ਸੁਣੋ ਤੇ ਸਾਰੀ ਗੱਲਾਂ ਨੂੰ ਨੋਟ ਕਰ ਲਓ। ਇਸੇ ਚੈਨਲ ਦੇ ਉੱਤੇ 10ਵੀਂ ਕਲਾਸ ਨਾਲ ਸੰਬੰਧਿਤ 4 ਪਲੇਲਿਸਟਸ ਹੋ ਰਹੀਆਂ ਨੇ ਤੇ ਤੁਸੀਂ ਉਹਨਾਂ ਤੇ ਜਾ ਕੇ ਵੀ ਲਾਹਾ ਲੈ ਸਕਦੇ ਹੋ। ਉਹ ਪਲੇਲਿਸਟਾਂ ਹੈਗੀਆਂ ਹਨ 10th ਸਾਇੰਸ, ਜਿਹਦੇ ਸਾਇੰਸ ਦੇ ਚੈਪਟਰ ਜਿਹੜੇ ਨੇ ਉਹ ਉਹਨਾਂ ਦਾ ਹੱਲ ਕੀਤਾ ਗਿਆ। 10th ਮੈਥ, ਤੀਜੀ ਪਲੇਲਿਸਟ ਹੈ 10th ਮੈਥ ਨੋਟਸ, ਤੇ ਚੌਥੀ ਪਲੇਲਿਸਟ ਹੈਗੀ ਹੈ 10th ਮੈਥ ਐਕਸਟਰਾ ਕੁਐਸਚਨਸ, ਜਿਸ ਟ੍ਰਿਗਨੋਮੈਟਰੀ ਦੇ, ਕੁਆਡਰੇਟਿਕ ਇਕੁਏਸ਼ਨਸ ਦੇ ਤੇ ਟ੍ਰਾਇੰਗਲਸ ਨਾਲ ਸੰਬੰਧਿਤ NCERT ਦੀ ਕਿਤਾਬ ਜਿਹੜੀ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ ਕਿਤਾਬ ਸੇਮ ਹੈਗੀ ਹੈ। ਉਹ ਤੋਂ ਇਲਾਵਾ ਅਭਿਆਸ ਵਾਸਤੇ, ਪ੍ਰੈਕਟਿਸ ਵਾਸਤੇ ਜਿਹੜੇ ਬੱਚੇ ਮੈਥ ਵਿੱਚ ਰੁਚੀ ਰੱਖਦੇ ਹਨ, ਗਣਿਤ 'ਚ ਰੁਚੀ ਰੱਖਦੇ ਹਨ, ਉਹਨਾਂ ਲਈ ਐਕਸਟਰਾ ਸਵਾਲ ਹੱਲ ਕਰਕੇ ਪਾਏ ਗਏ ਹਨ। ਸੋ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ ਇਸ ਲੈਸਨ ਦੀ ਰੀਡਿੰਗ ਐਂਡ ਟਰਾਂਸਲੇਸ਼ਨ ਪਾਰਟ 1। ਸੋ ਲੈਸਨ ਦਾ ਜਿਹੜਾ ਸਿਰਲੇਖ ਹੈ ਬੱਚਿਓ, ਉਹਦੀ ਜੋ ਜਾਣਕਾਰੀ ਹੈ ਸੰਖੇਪ ਵਿੱਚ ਇਸ ਤਰ੍ਹਾਂ ਹੈ। If the aim of science is the conquest of man's environment, what should be its ultimate goal? Aim ਦਾ ਮਤਲਬ ਹੁੰਦਾ ਹੈ ਉਦੇਸ਼, conquest ਦਾ ਮਤਲਬ ਹੁੰਦਾ ਹੈ ਜਿੱਤ, environment ਮੈਨੇ ਵਾਤਾਵਰਣ, ਤੇ ਗੋਲ ਮੈਨੇ ਨਿਸ਼ਾਨਾ, ਅਲਟੀਮੇਟ ਹੁੰਦਾ ਹੈ ਅਖੀਰਲਾ, ਅੰਤਲਾ। ਅਲਟੀਮੇਟ ਗੋਲ ਦਾ ਮਤਲਬ ਹੋ ਗਿਆ ਅਖੀਰਲਾ ਨਿਸ਼ਾਨਾ, ਅੰਤਲਾ ਨਿਸ਼ਾਨਾ। ਸੋ ਇਹਦਾ ਤਰਜਮਾ ਕੀ ਹੋ ਗਿਆ? ਜੇਕਰ ਵਿਗਿਆਨ ਦਾ ਉਦੇਸ਼ ਸਾਡੇ ਵਾਤਾਵਰਣ ਉੱਪਰ ਜਿੱਤ ਪਾਉਣਾ ਹੈ ਤੇ ਇਸ ਦਾ ਅੰਤਲਾ ਨਿਸ਼ਾਨਾ ਕੀ ਹੋਣਾ ਚਾਹੀਦਾ ਹੈ? What should be its ultimate goal? ਇਸ ਵਿਸ਼ੇ ਦੇ ਉੱਤੇ ਇਹ ਜਿਹੜਾ ਨਿਬੰਧ ਹੈਗਾ, ਐਸੇ ਹੈਗਾ। ਸੋ ਕਹਿੰਦੇ when man first begin to think, ਫਸਟ ਫਾਰਮ ਹੈਗੀ ਹੈ begin, ਆਈ ਹੈਗੀ ਸੈਕਿੰਡ ਫਾਰਮ, ਭੂਤਕਾਲ ਦੀ ਗੱਲ ਹੈ। when man first begin to think, ਅਰਥਾਤ ਜਦੋਂ ਮਨੁੱਖ ਨੇ ਪਹਿਲਾਂ ਸੋਚਣਾ ਸ਼ੁਰੂ ਕੀਤਾ। He asked himself, ਉਹਨੇ ਆਪਣੇ ਆਪ ਨੂੰ ਪੁੱਛਿਆ ਕਿ the deepest of all, deep ਮੈਨੇ ਡੂੰਘਾ, deeper ਮੈਨੇ ਦੋ ਤੋਂ ਜ਼ਿਆਦਾ, ਇੱਕ ਜਿਹੜਾ ਡੂੰਘਾ, ਤੇ deepest ਮੈਨੇ ਹੁੰਦਾ ਹੈ ਸਭ ਨਾਲੋਂ ਜ਼ਿਆਦਾ ਡੂੰਘਾ। ਸੋ the deepest of all, ਸਾਰਿਆਂ ਨਾਲੋਂ ਜ਼ਿਆਦਾ ਡੂੰਘਾ, questions ਮੈਨੇ ਸਵਾਲ, ਜਿਹਦਾ ਸਵਾਲ ਵੀ ਇੱਕ ਤੇ ਡੂੰਘਾਈ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਜਿਹੜੀ ਕਿ ਠੋਸ ਰੂਪ ਵਿੱਚ, ਪਰ ਇੱਕ ਡੂੰਘਾਈ ਜਦੋਂ ਅਸੀਂ ਭਾਵ ਅਰਥ ਵਿੱਚ ਗੱਲ ਕਰਦੇ ਹਾਂ ਤੇ ਡੂੰਘਾ ਪ੍ਰਸ਼ਨ ਮੈਨੇ ਬੜਾ, ਜਿਹ 'ਚ ਬਹੁਤ ਜ਼ਿਆਦਾ ਸੋਚਣਾ ਪਵੇ, ਵਿਚਾਰ ਮੰਗਦਾ ਹੋਵੇ, ਉਸ ਸਵਾਲ ਨੂੰ ਅਸੀਂ ਕਹਿੰਦੇ ਵੀ ਬੜਾ ਡੂੰਘਾ ਸਵਾਲ ਹੈਗਾ। ਉਸਨੇ ਆਪਣੇ ਆਪ ਨੂੰ ਸਭ ਤੋਂ ਡੂੰਘਾ ਸਵਾਲ ਕੀਤਾ। ਉਹ ਸਵਾਲ ਕੀ ਸੀ? ਉਹ ਕਹਿੰਦੇ ਆ ਕੁਐਸਚਨ ਵਿਚ ਯੂ ਹੈਵ ਅਨਡਾਊਟਡਲੀ, ਡਾਊਟ ਮੈਨੇ ਹੁੰਦਾ ਹੈ ਬੱਚਿਓ ਸ਼ੱਕ, ਡਾਊਟਡਲੀ ਮੈਨੇ ਸ਼ੱਕੀ ਹੋ ਕੇ, ਅਨਡਾਊਟਡਲੀ ਮੈਨੇ ਬੇਸ਼ੱਕ, ਮਤਲਬ ਕਿ ਨਿਸ਼ਚੇ ਤੌਰ ਤੇ, ਪੱਕੇ ਤੌਰ ਤੇ, ਯਕੀਨੀ ਤੌਰ ਤੇ। ਇਹਦਾ ਮਤਲਬ ਲਿਖ ਲਓ ਅਨਡਾਊਟਡਲੀ, ਅਨਡਾਊਟਡਲੀ ਮੈਨੇ ਪੱਕਾ, ਯਕੀਨੀ, ਨਿਸ਼ਚੇ ਤੌਰ ਤੇ, ਠੀਕ ਹੈ। ਆ ਕਹਿੰਦੇ ਆ ਕੁਐਸਚਨ ਵਿਚ ਯੂ ਹੈਵ ਅਨਡਾਊਟਡਲੀ ਆਸਕਡ ਯੂਅਰਸੈਲਫ ਮੈਨੀ ਟਾਈਮਸ, ਕਹਿੰਦੇ ਇਹ ਸਵਾਲ ਐਸਾ ਹੈ ਜਿਹੜਾ ਕਿ ਤੁਸੀਂ ਵੀ ਬਹੁਤ ਵਾਰੀ ਆਪਣੇ ਆਪ ਨੂੰ ਪੁੱਛਿਆ ਹੋਵੇਗਾ। ਇੱਕ ਸਵਾਲ ਜਿਹੜਾ ਬਿਨਾਂ ਸ਼ੱਕ, ਅਨਡਾਊਟਡਲੀ ਬਿਨਾਂ ਸ਼ੱਕ, ਤੁਸੀਂ ਆਪਣੇ ਆਪ ਨੂੰ ਬੜੀ ਵਾਰੀ, ਮੈਨੀ ਟਾਈਮਸ ਪੁੱਛਿਆ ਹੋਣਾ ਹੈ, ਆਸਕਡ ਯੂਅਰਸੈਲਫ, ਠੀਕ ਹੈ। ਤੇ ਉਹ ਸਵਾਲ ਕਿਹੜਾ? ਵਟ ਇਜ਼ ਦੀ ਮੀਨਿੰਗ ਆਫ ਲਾਈਫ, ਇਸ ਜੀਵਨ ਦਾ ਮਤਲਬ ਕੀ ਹੈ? ਅਸੀਂ ਸੋਚਦੇ ਹਾਂ ਵੀ ਮਨੁੱਖਾ ਜਨਮ, ਵੀ ਰੱਬ ਨੇ ਸਾਨੂੰ ਬਣਾਇਆ, ਵੀ ਇਹਦਾ ਕੀ ਮਤਲਬ ਹੋਏਗਾ? ਵਟ ਇਜ਼ ਇਟ ਆਲ ਅਬਾਊਟ, ਇਹ ਸਾਰਾ ਖਲਾਰਾ, ਪਰਿਵਾਰ, ਦੌੜ ਭੱਜ, ਕੰਮਕਾਰ, ਜਜ਼ਬੇ, ਕਿੰਨਾ ਕੁਛ ਹੈ। ਵਟ ਇਜ਼ ਇਟ ਆਲ ਅਬਾਊਟ, ਇਹ ਸਭ ਦਾ ਮਕਸਦ ਕੀ ਹੈ? ਵੇਅਰ ਆਰ ਵੀ ਆਲ ਗੋਇੰਗ, ਅਸੀਂ ਸਾਰੇ ਕਿੱਥੇ ਜਾ ਰਹੇ ਹਾਂ? ਕੋਈ ਦੌੜ ਭੱਜ ਲੱਗੇ ਹੋਏ ਹਾਂ, ਕੋਈ ਪੈਸੇ ਇਕੱਠੇ ਕਰ ਰਿਹਾ ਹੈ, ਕੋਈ ਜ਼ਮੀਨਾਂ ਬਣਾ ਰਿਹਾ ਹੈ, ਕੋਈ ਰੁਤਬੇ ਲਈ ਕਰ ਰਿਹਾ ਹੈ, ਕੋਈ ਸੱਤਾ ਵਿੱਚ ਪੈਰ ਜਮਾਉਣ ਲਈ ਆਪਣੀਆਂ ਧਾਂਦਲੀਆਂ ਕਰ ਰਿਹਾ ਹੈ, ਛਲ ਕਪਟ ਕਰ ਰਿਹਾ ਹੈ, ਕੋਈ ਸੇਵਾ ਕਰ ਰਿਹਾ ਹੈ,
ਕੋਈ ਵੰਡ ਕੇ ਛਕ ਰਿਹਾ ਤੇ ਕੋਈ ਦੂਜੇ ਦੀ ਜੇਬਾਂ ਖਾਲੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਰ ਤਰ੍ਹਾਂ ਦੇ ਵਰਤਾਰੇ ਵਰਤੇ ਜਾ ਰਹੇ ਨੇ ਵੀ ਅਸੀਂ ਸਾਰੇ ਕਿੱਥੇ ਜਾ ਰਹੇ ਹਾਂ, ਵੀ ਇਹ ਜਿਹੜਾ ਦੌਰ ਚੱਲ ਰਿਹਾ ਹੈ ਸਾਡਾ, ਜਦੋਂ ਦਾ ਅਸੀਂ ਜਨਮ ਲਿਆ ਹੈ, ਵੀ ਅਸੀਂ ਕੀ ਕਰ ਰਹੇ ਹਾਂ, ਵੀ ਇਹਦਾ ਮਕਸਦ ਕੀ ਹੈ। ਕਹਿੰਦੇ what drives, ਹੁਣ ਡਰਾਈਵ ਬਣਿਆ ਹੁੰਦਾ ਬੱਚੋ ਜਿੱਦਾਂ ਵਾਹਨ ਚਲਾਉਣਾ, ਤੇ ਇੱਕ ਡਰਾਈਵ ਦਾ ਮਤਲਬ ਹੁੰਦਾ ਪ੍ਰੇਰਿਤ ਕਰਨਾ। ਕੋਈ ਚੀਜ਼ ਤੁਹਾਨੂੰ ਧੱਕਦੀ ਹੈ, ਤੁਹਾਨੂੰ ਪੁਸ਼ ਕਰਦੀ ਹੈ, ਤੁਹਾਨੂੰ ਪ੍ਰੇਰਿਤ ਕਰਦੀ ਹੈ, ਹਨਾ। ਕਹਿੰਦੇ what drives men ever, ਹਮੇਸ਼ਾ ਫਾਰਵਰਡ, ਅੱਗੇ, ਟੂ ਵਰਕ, ਕੰਮ ਕਰਨ ਲਈ, ਐਂਡ ਵਰੀ, ਚਿੰਤਾ ਕਰਨ ਲਈ। ਅਰਥਾਤ ਉਹ ਕੀ ਹੈ ਜੋ ਮਨੁੱਖਾਂ ਨੂੰ ਹਮੇਸ਼ਾ ਕੰਮ ਕਰਨ ਲਈ ਅਤੇ ਚਿੰਤਾ ਕਰਨ ਲਈ ਅੱਗੇ ਧੱਕਦਾ ਹੈ। ਉਹ ਕਿਹੜੀ ਚੀਜ਼ ਹੈ, ਉਹ ਕਿਹੜਾ ਜਜ਼ਬਾ ਹੈ, ਉਹ ਕਿਹੜੀ ਗੱਲ ਹੈ ਜਿਹੜੀ ਮਨੁੱਖ ਨੂੰ ਹਰ ਵੇਲੇ ਧੱਕਦੀ ਰਹਿੰਦੀ, ਪੁਸ਼ ਕਰਦੀ ਰਹਿੰਦੀ ਕਿ ਮੈਂ ਹੁਣ ਇਹ ਕਰਾਂ, ਹੁਣ ਇਹ ਕਰਾਂ, ਤੇ ਉਹਨੂੰ ਚਿੰਤਾ ਕਰਨ ਲਈ ਵੀ ਮਜਬੂਰ ਕਰਦੀ ਹੈ। ਐਂਡ ਨਾਓ ਦੇਰ ਇਜ਼ ਐਨ ਅਦਰ ਬਿਗ ਕੁਐਸਚਨ, ਤੇ ਕਹਿੰਦੇ ਇਹ ਤੇ ਸਵਾਲ ਪਹਿਲਾਂ ਦੇ ਨੇ ਜਦੋਂ ਮਨੁੱਖ ਨੇ ਸੋਚਣਾ ਸ਼ੁਰੂ ਕੀਤਾ। ਕਹਿੰਦੇ ਅਤੇ ਹੁਣ ਇੱਕ ਹੋਰ ਵੱਡਾ ਸਵਾਲ ਹੈ। ਨਾਓ ਦੇਰ ਇਜ਼ ਐਨ ਅਦਰ, ਇੱਕ ਹੋਰ ਬਿਗ ਕੁਐਸਚਨ, ਅ ਨਿਊਅਰ ਕੁਐਸਚਨ, ਇੱਕ ਨਵਾਂ ਕੁਐਸਚਨ ਹੈ, ਨਵਾਂ ਸਵਾਲ ਹੈ, ਵਿਚ ਇਜ਼ ਬਿਗਨਿੰਗ ਟੂ ਫੋਰਸ ਇਟਸੈਲਫ, ਜਿਹੜਾ ਆਪਣੇ ਆਪ ਨੂੰ ਜ਼ਬਰਦਸਤੀ ਫੋਰਸ ਕਰ ਰਿਹਾ ਹੈ, ਕਿੱਥੇ, ਇਨਟੂ ਆਵਰ ਨੋਟਿਸ, ਸਾਡੇ ਧਿਆਨ ਵਿੱਚ, ਬੜੀ ਜ਼ਬਰਦਸਤੀ ਸਾਡੇ ਜ਼ਿਹਨ 'ਚ ਆਈ ਜਾ ਰਿਹਾ। ਕਹਿੰਦੇ ਇੱਕ ਹੋਰ ਨਵਾਂ ਸਵਾਲ ਜੋ ਜ਼ਬਰਦਸਤੀ ਸਾਡਾ ਧਿਆਨ ਖਿੱਚ ਰਿਹਾ ਹੈ ਜਾਂ ਸਾਡੇ ਧਿਆਨ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਵਨ ਦੈਟ ਇਜ਼ ਨਾਟ ਏਜਿਸ ਓਲਡ, ਕਹਿੰਦੇ ਉਹ ਸਵਾਲ ਜਿਹੜਾ ਯੁੱਗਾਂ ਜਿੰਨਾ ਪੁਰਾਣਾ ਨਹੀਂ ਹੈਗਾ। ਇਹ ਸਵਾਲ ਬਹੁਤ ਪੁਰਾਣਾ ਨਹੀਂ ਹੈਗਾ ਕਿ ਜਦੋਂ ਮਨੁੱਖ ਪੱਥਰ ਯੁੱਗ ਵਿੱਚ ਰਹਿੰਦਾ ਸੀਗਾ ਜਾਂ ਗੁਫਾਵਾਂ ਵਿੱਚ ਰਹਿੰਦਾ ਸੀ, ਜੰਗਲਾਂ 'ਚ ਰਹਿੰਦਾ ਸੀ, ਤਦ ਤੋਂ ਇਹ ਸਵਾਲ ਨਹੀਂ ਤੁਰਿਆ। ਤਦ ਤੋਂ ਤੇ ਉਹ ਸਵਾਲ ਤੁਰਿਆ ਜਦੋਂ ਮਨੁੱਖ ਨੇ ਜਨਮ ਲਿਆ ਹੋਣਾ, ਸੋਚਦਾ ਹੋਣਾ ਮੈਂ ਕੀ ਹਾਂ, ਕੌਣ ਹਾਂ, ਹਨਾ, ਇਹ ਜਨਮ ਕਿਉਂ ਹੋਇਆ। ਕਹਿੰਦੇ that has not been with us since man first began to think, ਕਹਿੰਦੇ ਇਹ ਉਦੋਂ ਤੋਂ ਸਾਡੇ ਨਾਲ ਨਹੀਂ, ਇਹ ਸਵਾਲ ਜਦੋਂ ਅਸੀਂ ਪਹਿਲਾਂ ਸੋਚਣਾ ਆਰੰਭਿਆ। ਇਹ ਸਵਾਲ ਉਦੋਂ ਦਾ ਨਹੀਂ ਹੈ, ਇਹ ਸਵਾਲ ਹੁਣ ਨਵਾਂ ਹੈ, ਮਤਲਬ ਕਿ ਥੋੜੇ ਚਿਰਾਂ ਤੋਂ ਬਾਅਦ ਇਹ ਸਵਾਲ ਪੈਦਾ ਹੋਇਆ। ਤੇ ਉਹ ਸਵਾਲ ਕਿਹੜਾ ਹੈ, ਇਟ ਇਜ਼, ਉਹ ਹੈ, ਇਹ ਹੈ, ਵੇਅਰ ਇਜ਼ ਸਾਇੰਸ ਟੇਕਿੰਗ ਅਸ, ਇਹ ਹੈ ਉਹ ਜਿਹੜਾ ਨਵਾਂ ਸਵਾਲ ਹੈਗਾ, ਵਿਗਿਆਨ ਸਾਨੂੰ ਕਿੱਥੇ ਲਿਜਾ ਰਿਹਾ ਹੈ। ਫਸਟ, ਪਹਿਲੀ ਗੱਲ, ਵੇਅਰ ਇਜ਼ ਸਾਇੰਸ ਟੇਕਿੰਗ ਅਸ ਵਿਦ ਰਿਗਾਰਡ ਟੂ ਐਥੀਕਲ, ਐਥੀਕਲ ਹੁੰਦਾ ਬੱਚਿਓ ਨੈਤਿਕ, ਨੈਤਿਕਤਾ ਨਾਲ ਜੁੜੀ ਹੋਈ ਗੱਲ, ਉਹਨੂੰ ਕਹਿੰਦੇ ਨੇ ਐਥੀਕਲ। ਐਥਿਕਸ ਹੋ ਗਿਆ ਨੈਤਿਕਤਾ, ਐਥੀਕਲ ਨੈਤਿਕ, ਉਹਦਾ ਵਿਸ਼ੇਸ਼ਣ ਹੋ ਗਿਆ। ਸਪਿਰਿਚੁਅਲ ਹੋ ਗਿਆ ਬੱਚਿਓ, ਅਸੀਂ ਕਹਿ ਸਕਦੇ ਹਾਂ ਆਤਮਿਕ ਵੀ ਕਹਿ ਸਕਦੇ ਹਾਂ, ਰੂਹਾਨੀ ਵੀ ਕਹਿ ਸਕਦੇ ਹਾਂ, ਹਨਾ, ਵੀ ਜਿਹੜੀਆਂ ਮਨ ਨਾਲ ਜੁੜੀਆਂ ਗੱਲਾਂ ਨੇ, ਵੈਲਿਊਜ਼ ਨੇ, ਕਦਰਾਂ ਕੀਮਤਾਂ, ਠੀਕ ਹੈ। ਸੋ ਪਹਿਲੀ ਗੱਲ, ਨੈਤਿਕ ਅਤੇ ਰੂਹਾਨੀ ਕਦਰਾਂ ਕੀਮਤਾਂ ਦੇ ਸੰਬੰਧ ਵਿੱਚ ਵਿਗਿਆਨ ਕਿੱਥੇ ਲੈ ਜਾ ਰਿਹਾ ਹੈ। ਪਹਿਲੇ ਤੇ ਇੱਕ ਆਮ ਸਵਾਲ ਕੀਤਾ, ਜਨਰਲ ਸਵਾਲ ਕੀਤਾ ਮੋਟਾ ਮੋਟਾ, ਵੀ ਵਿਗਿਆਨ ਸਾਨੂੰ ਕਿੱਥੇ ਲੈ ਜਾ ਰਿਹਾ, ਤੇ ਫਿਰ ਉਹਨੂੰ ਨੈਰੋ ਡਾਊਨ ਕੀਤਾ। ਉਹਦੇ ਵਿੱਚ ਖਾਸ ਗੱਲ ਹੈ ਪਾਤੀ ਵੀ ਖਾਸ ਤੌਰ ਤੇ ਜਿਹੜੀ ਪਹਿਲੀ ਗੱਲ ਹੈ ਕਿ ਜਿਹੜੀ ਨੈਤਿਕਤਾ ਦੇ ਮਸਲੇ ਨੇ ਜਾਂ ਸਾਡੀ ਮਨ ਦੇ ਨਾਲ ਜੁੜੇ ਮਸਲੇ ਨੇ, ਉਹਦੇ ਸੰਬੰਧ ਵਿੱਚ ਸਾਨੂੰ ਵਿਗਿਆਨ ਕਿੱਥੇ ਲੈ ਜਾ ਰਿਹਾ। ਕਹਿੰਦੇ ਵੀ ਨੋ ਵਟ ਇਟ ਇਜ਼ ਡੂਇੰਗ ਵਿਦ ਰਿਗਾਰਡ ਟੂ ਮਟੀਰੀਅਲ ਥਿੰਗਸ, ਮਟੀਰੀਅਲ ਹੁੰਦਾ ਬੱਚੋ ਮਾਦਾ, ਮਾਦਾ ਕਿਹਨੂੰ ਕਹਿੰਦੇ, ਮੈਟਰ ਜਿਹਨੂੰ ਕਹਿ ਦਿੰਦੇ ਹਾਂ ਆਪਾਂ। ਹਰ ਚੀਜ਼ ਪਦਾਰਥ ਜੋ ਅਸੀਂ ਆਲੇ ਦੁਆਲੇ ਦੇਖਦੇ ਹਾਂ, ਸਾਡਾ ਘਰ ਹੈ, ਖੇਤ ਨੇ, ਪੈਸਾ ਹੈ, ਗੱਡੀ ਹੈ, ਸਾਡੇ ਘਰ 'ਚ ਸਾਜ਼ੋ ਸਮਾਨ ਪਿਆ ਹੈ ਕਿੰਨਾ ਸਾਰਾ, ਇਹ ਸਾਰਾ ਕੀ ਹੈ, ਮਟੀਰੀਅਲ ਥਿੰਗਸ, ਪਦਾਰਥ। ਅਸੀਂ ਜਾਣਦੇ ਹਾਂ ਕਿ ਪਦਾਰਥਾਂ ਦੇ ਸੰਬੰਧ ਵਿੱਚ ਇਹ ਕੀ ਕਰ ਰਿਹਾ, ਉਹ ਤਾਂ ਸਾਨੂੰ ਪਤਾ ਹੀ ਹੈ, ਅਸੀਂ ਦੇਖ ਹੀ ਰਹੇ ਹਾਂ। ਅਸੀਂ ਪੱਖਾ ਦੇਖਦੇ ਹਾਂ, ਫਰਿੱਜ ਦੇਖਦੇ ਹਾਂ, ਮੋਟਰਸਾਈਕਲ ਦੇਖਦੇ ਹਾਂ, ਰੇਲ ਗੱਡੀ ਦੇਖਦੇ ਹਾਂ, ਹਨਾ, ਤੇ ਕੰਪਿਊਟਰ ਦੇਖਦੇ ਹਾਂ, ਇਹ ਸਾਰੀ ਠੋਸ ਪਦਾਰਥਕ ਚੀਜ਼ਾਂ ਨੇ। ਇਹਦੇ ਬਾਰੇ ਤੇ ਸਾਨੂੰ ਪਤਾ ਹੈ, ਚਾਹੇ ਅਸੀਂ ਘੱਟ ਪੜ੍ਹੇ ਲਿਖੇ ਹਾਂ, ਜ਼ਿਆਦਾ ਪੜ੍ਹੇ ਲਿਖੇ ਹਾਂ, ਸਾਨੂੰ ਪਤਾ ਹੈ ਕਿ ਇਹ ਤੋਂ ਸਾਨੂੰ ਕੀ ਲਾਭ ਮਿਲ ਰਿਹਾ ਹੈ, ਸਾਡੀ ਜ਼ਿੰਦਗੀ 'ਚ ਕਿਵੇਂ ਅਸਰ ਪਾ ਰਹੀਆਂ ਚੀਜ਼ਾਂ। ਕਹਿੰਦੇ ਅਸੀਂ ਜਾਣਦੇ ਹਾਂ ਕਿ ਪਦਾਰਥਾਂ ਦੇ ਸੰਬੰਧ ਵਿੱਚ ਇਹ ਕੀ ਕਰ ਰਿਹਾ ਹੈ। ਫॉर ਮਟੀਰੀਅਲ ਥਿੰਗਸ ਆਰ ਇਟਸ ਡੇਲੀ ਬਿਜ਼ਨਸ, ਕਿਉਂਕਿ ਇਹਦਾ ਕੰਮ ਹੀ ਇਹ ਹੈਗਾ, ਕਿਉਂਕਿ ਪਦਾਰਥਕ ਵਸਤੂਆਂ ਇਸ ਦਾ ਰੋਜ਼ ਦਾ ਮਸਲਾ ਹੈ। ਮਤਲਬ ਕਿ ਰਾਤ ਦਿਨ ਸਾਇੰਸਦਾਨ ਇਸੇ ਕੰਮ 'ਚ ਰੁੱਝੇ ਹੋਏ ਨੇ, ਰਾਤ ਦਿਨ ਇਹੀ ਕੰਮ ਕਰ ਰਹੇ ਨੇ, ਇਹਦੀ ਮਾਰਕੀਟਿੰਗ ਕਰ ਰਹੇ ਨੇ, ਇਹੀ ਵੇਚ ਰਹੇ ਨੇ, ਇਹਦੀ ਤਰੱਕੀ ਕਰ ਰਹੇ ਨੇ, ਇਹਦਾ ਹੀ ਵਿਕਾਸ ਕਰ ਰਹੇ ਨੇ। ਸੋ ਮਟੀਰੀਅਲ ਚੀਜ਼ਾਂ ਜਿਹੜੀਆਂ ਨੇ, ਪਦਾਰਥਕ ਵਸਤੂਆਂ ਬਾਰੇ ਤੇ ਸਾਨੂੰ ਪਤਾ ਹੈ, ਬਟ what is it doing with regard to non material things, ਪਰ ਗੈਰ ਪਦਾਰਥਕ ਮਸਲਿਆਂ ਬਾਰੇ ਇਹ ਕੀ ਕਰ ਰਿਹਾ, ਜਿਹੜੀਆਂ ਚੀਜ਼ਾਂ ਪਦਾਰਥਕ ਨਹੀਂ ਹੈਗੀਆਂ, ਜਿਹੜੀ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਜਿਹਨੂੰ ਅਸੀਂ ਕਹਿੰਦੇ ਨੇ ਐਬਸਟਰੈਕਟ ਨਾਊਨਸ। ਸੇਵਾ ਐਬਸਟਰੈਕਟ ਨਾਊਨ ਹੈ, ਨਫ਼ਰਤ ਐਬਸਟਰੈਕਟ ਨਾਊਨ ਹੈ, ਪਿਆਰ ਐਬਸਟਰੈਕਟ ਨਾਊਨ ਹੈ, ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਪਰ ਹੈਗੀਆਂ ਨੇ। ਨਿਮਰਤਾ, ਗੁੱਸਾ, ਹਨਾ, ਨਫ਼ਰਤ,
ਫਿਰ ਈਰਖਾ, ਫਿਰ ਪਿਆਰ, ਸੰਤੋਖ, ਦਇਆ, ਇਹ ਸਾਰੀ ਚੀਜ਼ਾਂ ਹੈ ਤੇ ਸਨ, ਹੈਗੀਆਂ ਤੇ ਨੇ, ਪਰ ਇਹ ਨਜ਼ਰ ਨਹੀਂ ਆਉਂਦੀਆਂ, ਇਹਨਾਂ ਦਾ ਕੋਈ ਰੰਗ ਰੂਪ ਨਹੀਂ ਹੈਗਾ। ਸੋ ਗੈਰ ਪਦਾਰਥਕ ਮਸਲਿਆਂ ਬਾਰੇ ਇਹ ਕੀ ਕਰ ਰਿਹਾ ਹੈ? ਇਫ ਦੀ ਆਨਸਰ ਵਰ ਨਥਿੰਗ ਐਟ ਆਲ, ਕਹਿੰਦੇ ਜੇਕਰ ਇਸ ਗੱਲ ਦਾ ਜਵਾਬ ਬਿਲਕੁਲ ਕੁਝ ਨਹੀਂ ਹੁੰਦਾ, ਵੀ ਜੇ ਇਹ ਕੁਝ ਨਹੀਂ ਕਰ ਰਿਹਾ, ਨਾ ਚੰਗਾ ਕਰ ਰਿਹਾ ਨਾ ਮੰਦਾ ਕਰ ਰਿਹਾ ਇਹਦੇ ਬਾਰੇ, that would be bad enough, ਤੇ ਉਹ ਬਹੁਤ ਮਾੜੀ ਗੱਲ ਹੋਣੀ ਸੀ। ਮਤਲਬ ਕਿ ਕੁਝ ਨਹੀਂ ਕਰ ਰਿਹਾ, ਇੰਨਾ ਕੁਝ ਕਰ ਰਿਹਾ, ਪਦਾਰਥਾਂ ਬਾਰੇ ਤਰੱਕੀ ਕਰ ਰਿਹਾ ਹੈ, ਪਰ ਗੈਰ ਪਦਾਰਥਾਂ ਬਾਰੇ ਕੁਝ ਵੀ ਨਹੀਂ ਕਰ ਰਿਹਾ, ਤੇ ਫਿਰ ਵੀ ਇਹ ਮਾੜੀ ਗੱਲ ਹੋਣੀ ਸੀ। ਪਰ ਕਹਿੰਦੇ ਮਸਲਾ ਇੱਥੇ ਨਹੀਂ ਰੁਕਦਾ, ਬਟ ਦੀ ਐਕਚੁਅਲ ਆਨਸਰ ਇਜ਼ ਲੈਸ ਦੈਨ ਨਥਿੰਗ। ਮੁਸ਼ਕਿਲ ਇਹ ਵੇ ਕਿ ਇਹ ਜੇ ਕੁਝ ਵੀ ਨਾ ਕਰਦਾ ਇਹਨਾਂ ਚੀਜ਼ਾਂ ਬਾਰੇ, ਫਿਰ ਵੀ ਗੱਲ ਮਾੜੀ ਹੋਣੀ ਸੀ, ਪਰ ਕਹਿੰਦੇ ਅਸਲ ਜਵਾਬ ਕੁਝ ਨਹੀਂ ਤੋਂ ਵੀ ਹੇਠਾਂ ਹੈ, ਇਹ ਬਲਕਿ ਉਲਟਾ ਪਿੱਛੇ ਨੂੰ ਤੱਕ ਰਿਹਾ, ਬਲਕਿ ਇਨਸਾਨੀ ਕਦਰਾਂ ਕੀਮਤਾਂ ਨੂੰ ਇਹ ਨਸ਼ਟ ਕਰਦਾ ਪਿਆ, ਇਹ ਹੋਰ ਥੱਲੇ ਡੇਗਦਾ ਪਿਆ। ਜੇ ਤੇ ਉਹਨੂੰ ਕੁਛ ਨਾ ਕਰਦਾ, ਨਾ ਚੰਗਾ ਪ੍ਰਭਾਵ ਤੇ ਨਾ ਮੰਦਾ ਪ੍ਰਭਾਵ, ਫਿਰ ਵੀ ਗੱਲ ਮਾੜੀ ਹੋਣੀ ਸੀ, ਪਰ ਅਸਲ ਵਿੱਚ ਇਹਨੇ ਉਸ ਚੀਜ਼ਾਂ ਨੂੰ, ਜਿਹੜੇ ਮਾੜੇ ਜਜ਼ਬੇ ਨੇ ਉਹਨਾਂ ਨੂੰ ਉਭਾਰਿਆ ਤੇ ਚੰਗੇ ਜਜ਼ਬਿਆਂ ਨੂੰ ਉਹਨੇ ਦੱਬਿਆ। ਕਹਿੰਦੇ ਹੇਅਰ ਸਾਇੰਸ ਇਜ਼ ਐਕਚੁਅਲੀ ਡੂਇੰਗ ਲੈਸ ਦੈਨ ਨਥਿੰਗ, ਕਹਿੰਦੇ ਇੱਥੇ ਵਿਗਿਆਨ ਅਸਲ ਵਿੱਚ ਕੁਝ ਨਹੀਂ ਤੋਂ ਹੇਠਾਂ ਦਾ ਕੰਮ ਕਰ ਰਿਹਾ ਹੈ, ਮਤਲਬ ਕਿ ਵਿਗਾੜ ਦਾ ਕੰਮ ਕਰਦਾ ਪਿਆ। ਲੈਸ ਦੈਨ ਨਥਿੰਗ ਦਾ ਮਤਲਬ ਹੁੰਦਾ, ਇੱਕ ਤੇ ਅਸੀਂ ਕਹਿੰਦੇ ਜ਼ੀਰੋ, ਵੀ ਅਸੀਂ ਕਹਿੰਦੇ ਕੋਈ ਦਵਾਈ ਖਾ ਲਓ ਜੀ, ਜਿੱਦਾਂ ਕੋਈ ਬੰਦਾ ਸਵਾਦ ਦੀ ਪੁੜੀ ਦੇ ਜਾਂਦਾ, ਵੀ ਬੰਦੇ ਨੂੰ ਕਹਿੰਦੇ ਵੀ ਚਲੋ ਸ਼ਾਇਦ ਦਿਮਾਗੀ ਤੌਰ ਤੇ ਇਹਨੂੰ ਕੋਈ ਆਰਾਮ ਮਿਲ ਜਾਏਗਾ, ਤੇ ਉਹ ਪਤਾ ਸਵਾਦ ਦੀ ਪੁੜੀ ਦਾ ਨਾ ਤੇ ਕੋਈ ਲਾਭ ਹੋਣਾ ਤੇ ਨਾ ਕੋਈ ਨੁਕਸਾਨ ਹੋਣਾ। ਪਰ ਜੇ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹਦੇ ਨਾਲ ਸਾਨੂੰ ਉਲਟਾ ਨੁਕਸਾਨ ਹੋ ਜਾਵੇ, ਫਾਇਦਾ ਤੇ ਨਾ ਹੋਵੇ, ਸੋ ਕਹਿੰਦੇ ਸਾਇੰਸ ਵਿਗਿਆਨ ਇਸ ਪੱਖੋਂ, ਨੈਤਿਕ ਕਦਰਾਂ ਕੀਮਤਾਂ ਤੇ ਰੂਹਾਨੀ ਪੱਖੋਂ ਇਹ ਕੰਮ ਕਰ ਰਿਹਾ ਕਿ ਉਲਟਾ ਨੁਕਸਾਨ ਕਰ ਰਿਹਾ। ਜੇ ਕੁਝ ਵੀ ਨਾ ਕਰਦਾ, ਨੋ ਪ੍ਰੋਫਿਟ ਨੋ ਲਾਸ ਦੀ ਗੱਲ ਹੁੰਦੀ, ਵੀ ਨਾ ਤੇ ਮੁਨਾਫਾ ਕਮਾ ਰਿਹਾ ਹੈ ਨਾ ਨੁਕਸਾਨ ਚੱਲ ਰਿਹਾ ਹੈ ਨਾ, ਫਿਰ ਤੇ ਅਸੀਂ ਕਹਿ ਸਕਦੇ ਵੀ ਨੋ ਪ੍ਰੋਫਿਟ ਨੋ ਲਾਸ, ਪਰ ਅਸਲ ਵਿੱਚ ਇਹ ਨੁਕਸਾਨ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ। ਇਟਸ ਮਟੀਰੀਅਲ ਟੀਚਿੰਗਸ ਹੈਵ ਬੀਨ ਸੋ ਓਵਰ ਇੰਫੇਸਾਈਜ਼ਡ, ਇੰਫੇਸਾਈਜ਼ ਹੁੰਦਾ ਬੱਚਿਓ ਕਿਸੇ ਗੱਲ ਤੇ ਜ਼ੋਰ ਦੇਣਾ, ਤੇ ਓਵਰ ਇੰਫੇਸਾਈਜ਼ ਹੁੰਦਾ ਲੋੜ ਤੋਂ ਵੱਧ ਜ਼ੋਰ ਦੇਣਾ, ਹਨਾ। ਇਸ ਦੀ ਪਦਾਰਥਾਂ ਨਾਲ ਜੁੜੀ ਪੜ੍ਹਾਈ ਤੇ ਇੰਨਾ ਵੱਧ ਜ਼ੋਰ ਦਿੱਤਾ ਗਿਆ ਹੈ। ਅਸੀਂ ਦੇਖ ਲਓ ਬੱਚਿਓ, ਸਾਡੇ ਮਾਪੇ ਵੀ ਸਾਰੇ ਬੰਦੇ ਕਹਿੰਦੇ ਕਾਕਾ ਤੂੰ ਪੜ੍ਹ ਕੇ ਇਹ ਬਣ ਜਾ, ਪੜ੍ਹ ਕੇ ਇਹ ਬਣ ਜਾ, ਫਿਰ ਤੈਨੂੰ ਇੰਨੀ ਤਨਖਾਹ ਮਿਲੇਗੀ, ਫਿਰ ਤੂੰ ਕੋਠੀ ਲਈ, ਫਿਰ ਤੂੰ ਕਾਰਾਂ ਲਈ, ਤੂੰ ਜਿੱਦਾਂ ਮਰਜ਼ੀ ਕਰ, ਮਤਲਬ ਕਿ ਹੈ ਨਾ। ਤੇ ਉਹ ਮਾਪੇ ਇਸ ਗੱਲ ਦੀ ਕੋਈ ਜ਼ਿਆਦਾ ਉਹਨਾਂ ਨੂੰ ਇਸ ਗੱਲ ਦੀ ਫਿਕਰ ਨਹੀਂ ਕਰਦੇ ਵੀ ਇਹ ਸਾਡਾ ਬੱਚਾ ਝੂਠ ਵਾਲੇ ਪਾਸੇ ਤੇ ਨਹੀਂ ਤੁਰਦਾ ਪਿਆ, ਇਹ ਹੇਰਾ ਫੇਰੀ ਤੇ ਨਹੀਂ ਕਰਦਾ ਪਿਆ, ਇਹ ਪਰਾਇਆ ਹੱਕ ਤੇ ਨਹੀਂ ਮਾਰਦਾ ਪਿਆ, ਨਹੀਂ, ਕਹਿੰਦੇ ਬਸ ਤੂੰ ਤਰੱਕੀ ਕਰ, ਤੇਰੇ ਕੋਲ ਕੋਠੀ ਹੋਣੀ ਚਾਹੀਦੀ, ਗੱਡੀ ਹੋਣੀ ਚਾਹੀਦੀ, ਇਹ ਚੀਜ਼ਾਂ ਵੱਲ ਧਿਆਨ ਦਿਓ। ਸਿਰਫ ਜਿਹੜੀ ਵਿਗਿਆਨ ਨਾਲ ਜੁੜੀ ਪੜ੍ਹਾਈ ਹੈ, ਜਿਹਦੇ ਨਾਲ ਨੌਕਰੀ ਮਿਲੇ, ਜਿਹਦੇ ਨਾਲ ਪੈਸਾ ਮਿਲੇ, ਜਿਹਦੇ ਨਾਲ, ਮਤਲਬ ਕਿ ਇਹਨੂੰ ਅਸੀਂ ਤਰੱਕੀ ਕਹਿੰਦੇ ਹਾਂ। ਸੋ ਇਟਸ ਮਟੀਰੀਅਲ ਟੀਚਿੰਗਸ ਹੈਵ ਬੀਨ ਸੋ ਓਵਰ ਐਮਫੇਸਾਈਜ਼ਡ, ਇਸ ਦੀ ਪਦਾਰਥਾਂ ਨਾਲ ਜੁੜੀ ਪੜ੍ਹਾਈ ਤੇ ਇੰਨਾ ਵੱਧ ਜ਼ੋਰ ਦਿੱਤਾ ਗਿਆ ਹੈ that many people are floundering, ਫਲਾਉਂਡਰਿੰਗ ਹੁੰਦਾ ਬੱਚਿਓ ਜਿੱਦਾਂ ਠੇਡੇ ਖਾਣੇ, ਬੋਲਣ ਲਈ ਜਿੱਦਾਂ ਕੋਈ ਸਾਨੂੰ ਸ਼ਬਦ ਨਾ ਮਿਲਣ ਉਹਨੂੰ ਵੀ ਫਲਾਉਂਡਰਿੰਗ ਕਹਿੰਦੇ ਆ, ਤੇ ਬੰਦਾ ਠੇਡੇ ਖਾ ਖਾ ਕੇ ਡਿਗੇ, ਸੰਭਲ ਕੇ ਚੱਲ ਵੀ ਨਾ ਸਕੇ, ਉਹਨੂੰ ਵੀ ਕਹਿੰਦੇ ਫਲਾਉਂਡਰਿੰਗ। ਐਂਡ ਵੰਡਰਿੰਗ, ਹੈਰਾਨ ਹੋਏ, ਵੈਦਰ ਆਫਟਰ ਆਲ ਮੈਨ ਇਜ਼ ਬਟ ਅ ਮਸ਼ੀਨ, ਐਨੀਮੇਟਿਡ, ਐਨੀਮੇਟਿਡ ਹੁੰਦਾ, ਐਨੀਮੇਟ ਹੁੰਦਾ ਬੱਚਿਓ ਜਾਨ ਪਾਣੀ, ਤੇ ਐਨੀਮੇਟਿਡ ਜਿਹਦੇ 'ਚ ਜਾਨ ਪਾਈ ਹੋਈ ਹੈ, ਸਜੀਵ ਕੀਤੀ ਹੋਈ ਹੈ, ਬਾਏ ਫੋਰਸਿਸ, ਤਾਕਤਾਂ ਰਾਹੀਂ, ਓਵਰ ਵਿਚ ਹੀ ਹੈਜ਼ ਨੋ ਕੰਟਰੋਲ, ਜਿਹਦੇ ਉੱਤੇ ਇਹਦਾ ਕੋਈ ਵਸ ਨਹੀਂ। ਇਹਦਾ ਮਤਲਬ ਕੀ ਹੋਇਆ ਕਿ ਕਈ ਲੋਕ ਬੌਂਦਲੇ ਹੋਏ, ਫਲਾਉਂਡਰਿੰਗ ਮਨੇ ਉਹਨਾਂ ਕੋਈ ਸ਼ਬਦ ਹੀ ਨਹੀਂ ਹੈਗਾ ਵੀ ਬੌਂਦਲ ਗਏ ਨੇ ਵਿਗਿਆਨ ਦਾ ਇਹ ਪਸਾਰਾ ਦੇਖ ਕੇ, ਵਿਗਿਆਨ ਦਾ ਸਾਡੀ ਜ਼ਿੰਦਗੀ ਵਿੱਚ ਜੋ ਉਹਨਾਂ ਜਿੱਦਾਂ ਨੇ ਪੈਰ ਜਮਾ ਲਏ ਨੇ, ਤੇ ਸਾਡੀ ਜ਼ਿੰਦਗੀ 'ਚ, ਸਾਡੇ ਰਿਸ਼ਤਿਆਂ ਵਿੱਚ, ਸਾਡੀ ਸੋਚ ਵਿੱਚ ਜਿੱਦਾਂ ਇਹਨੇ ਅਸਰ ਪਾਇਆ ਹੈ ਕਿ ਕਈ ਲੋਕ ਬੌਂਦਲੇ ਹੋਏ ਅਤੇ ਹੈਰਾਨ ਹੋਏ, ਵੰਡਰਿੰਗ, ਸੋਚ ਰਹੇ ਹਨ ਕਿ ਕੀ ਮਨੁੱਖ ਬਸ ਇੱਕ ਮਸ਼ੀਨ ਤੋਂ ਵੱਧ ਕੁਛ ਨਹੀਂ, ਆਲ ਮੈਨ ਇਜ਼ ਬਟ ਅ ਮਸ਼ੀਨ, ਕਿ ਇੱਕ ਮਸ਼ੀਨ ਤੋਂ ਵੱਧ ਕੁਛ ਨਹੀਂ ਜਿਸ ਵਿੱਚ ਉਹਨਾਂ ਤਾਕਤਾਂ ਨੇ ਜਾਨ ਪਾਈ ਹੋਈ ਹੈ। ਐਨੀਮੇਟਿਡ ਬਾਈ ਫੋਰਸਿਸ, ਐਨੀਮੇਟ ਮੈਨੇ ਜਾਨ ਪਾਣੀ, ਬਾਈ ਫੋਰਸਿਸ ਉਹ ਤਾਕਤਾਂ ਨੇ, ਓਵਰ ਵਿਚ ਹੀ ਹੈਜ਼ ਨੋ ਕੰਟਰੋਲ, ਪਾਈ ਹੋਈ ਹੈ ਜਿਨ੍ਹਾਂ ਤੇ ਉਸਦਾ ਕੋਈ ਵਸ ਨਹੀਂ ਹੈ। ਕਿੰਨੀ ਕਮਾਲ ਦੀ ਗੱਲ ਹੈ। ਮਨੁੱਖ ਸੋਚਦਾ ਕਿ ਮੈਂ ਬੜਾ ਸਿਆਣਾ, ਮੈਂ ਦਲੀਲ ਨਾਲ ਸੋਚਦਾ, ਪਰ ਅਸਲ ਵਿੱਚ ਬੱਚਿਓ ਨਹੀਂ, ਅਸੀਂ ਇੱਕ ਕਠਪੁਤਲੀ ਵਾਂਗੂ ਵਿਚਰਦੇ ਪਏ ਹਾਂ। ਮਤਲਬ ਕਿ ਸਾਡੇ ਵਿੱਚ ਜਾਨ ਉਹਨਾਂ ਤਾਕਤਾਂ ਨੇ ਪਾਈ ਹੋਈ ਹੈ ਜਿਹੜੀ ਕਿ ਅਸੀਂ ਜੋ ਐਡਵਰਟੀਜ਼ਮੈਂਟ ਦੇਖਦੇ ਹਾਂ ਉਹ 'ਤੇ ਸਾਡਾ ਅਸਰ ਪੈਂਦਾ ਹੈ, ਜੋ ਅਸੀਂ TV 'ਚ ਦੇਖਦੇ ਹਾਂ, YouTube 'ਚ ਦੇਖਦੇ ਹਾਂ, ਅਖਬਾਰਾਂ 'ਚ ਦੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਜੋ ਵੀ ਹੈ, ਔਰ ਉਹਦੇ ਵਿੱਚ ਸਾਰਾ ਕੀ ਹੈ, ਸਾਰੀਆਂ ਚੀਜ਼ਾਂ ਪਦਾਰਥਕ ਮਸਲਿਆਂ ਨਾਲ ਹੀ ਜੁੜੀਆਂ ਹੋਈਆਂ ਹਨ ਵੀ ਕਿਸੇ ਤਰ੍ਹਾਂ ਅੱਗੇ ਵਧੋ,
ਅੱਗੇ ਵਧੋ ਦਾ ਮਤਲਬ ਇਹ ਨਹੀਂ ਕਿ ਸੰਤੋਖੀ ਬਣੋ, ਸੇਵਾ ਕਰੋ, ਸਰਬਤ ਦਾ ਭਲਾ ਕਰੋ। ਅੱਗੇ ਵਧੋ ਦਾ ਮਤਲਬ ਹੈ ਭਾਵੇਂ ਦੂਜੇ ਦਾ ਨੁਕਸਾਨ ਕਰਕੇ, ਦੂਜੇ ਦੀ ਲੱਤ ਖਿੱਚ ਕੇ ਅੱਗੇ ਵਧੋ, ਤਰੱਕੀ ਲਵੋ, ਹਨਾ, ਪੈਸੇ ਜ਼ਿਆਦਾ ਕਮਾਓ। ਉਹ ਇਹ ਜਿਹੜੀ ਖੇਡ ਹੈ, ਇਹ ਮਤਲਬ ਕਿ ਵਿਗਿਆਨ ਨੇ ਇਹਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਕਹਿੰਦੇ ਲੈਟਸ ਕੰਸਨਟਰੇਟ ਹੁੰਦਾ ਬੱਚਿਓ ਧਿਆਨ ਕੇਂਦਰਿਤ ਕਰਨਾ, ਧਿਆਨ ਲਾਣਾ। ਜਿੱਦਾਂ ਮੈਂ ਕਹਾਂ, ਜਿੱਦਾਂ ਅਸੀਂ ਕਹਿੰਦੇ ਨਾ ਕੰਸਨਟਰੇਟ ਔਨ ਯੂਅਰ ਸਟੱਡੀਜ਼, ਅਰਥਾਤ ਆਪਣੀ ਪੜ੍ਹਾਈ ਵੱਲ ਧਿਆਨ ਦਿਵੋ, ਸਾਰਾ ਧਿਆਨ ਆਪਣੀ ਪੜ੍ਹਾਈ ਵਿੱਚ ਕੇਂਦਰਿਤ ਕਰੋ। ਸੋ ਕਹਿੰਦੇ ਲੈਟਸ ਕੰਸਨਟਰੇਟ ਔਨ ਮਟੀਰੀਅਲ ਥਿੰਗਸ, ਕਹਿੰਦੇ ਆਓ ਪਦਾਰਥਕ ਵਸਤੂਆਂ ਵੱਲ ਧਿਆਨ ਲਾਈਏ, ਠੀਕ ਹੈ। ਦੀ ਥਿੰਗਸ ਦੈਟ ਫਾਰਮ ਦੀ ਵੈਰੀ ਸਟਰੋਂਗ ਹੋਲਡ ਆਫ ਸਾਇੰਸ, ਸਟਰੋਂਗ ਹੋਲਡ ਹੁੰਦਾ ਬੱਚਿਓ ਗੜ, ਨੀ, ਜਿਹੜਾ ਅਸਲ ਮਤਲਬ ਕਿ ਉਹਨਾਂ ਦਾ ਮਤਲਬ ਕਿ ਇੱਕ ਪੱਕੀ ਜੜ ਹੈਗੀ ਹੈ, ਉਹਨੂੰ ਕਹਿੰਦੇ ਸਟਰੋਂਗ ਹੋਲਡ। ਕਹਿੰਦੇ ਵਸਤੂਆਂ ਜੋ ਵਿਗਿਆਨ ਦਾ ਅਸਲ ਗੜ ਹਨ, ਕਹਿੰਦੇ ਆਓ ਅਸੀਂ ਪਦਾਰਥਕ ਵਸਤੂਆਂ ਵੱਲ ਧਿਆਨ ਦਈਏ ਜੋ ਕਿ ਸਾਇੰਸ ਦਾ, ਵਿਗਿਆਨ ਦਾ ਅਸਲ ਗੜ ਹਨ। ਤੇ ਉਹ ਮਤਲਬ ਇਸ ਪਾਸੇ ਥੋੜਾ ਵਿਚਾਰਨ ਵਾਲੀ ਗੱਲ ਲਿਖਾਰੀ ਜਿਹੜਾ ਇਹ ਸਪੀਕਰ ਹੈਗਾ ਕਰ ਰਿਹਾ ਹੈ। ਕਹਿੰਦੇ ਆਓ ਅਸੀਂ ਮਸ਼ੀਨਾਂ ਵੱਲ ਥੋੜਾ ਧਿਆਨ ਦਈਏ ਜੋ ਕਿ ਵਿਗਿਆਨ ਦਾ ਧੁਰਾ ਹਨ। ਕਹਿੰਦੇ ਲੁੱਕ ਐਟ ਦੀ ਮਸ਼ੀਨ ਫॉर ਇੰਸਟੈਂਸ ਦਾ ਮਤਲਬ ਹੁੰਦਾ ਬੱਚੇ ਫॉर ਐਗਜ਼ਾਮਪਲ, ਉਦਾਹਰਨ ਦੇ ਤੌਰ ਤੇ, ਮਿਸਾਲ ਦੇ ਤੌਰ ਤੇ, ਠੀਕ ਹੈ। ਲੁੱਕ ਐਟ ਦੀ ਮਸ਼ੀਨ ਫॉर ਇੰਸਟੈਂਸ, ਕਹਿੰਦੇ ਮਿਸਾਲ ਦੇ ਤੌਰ ਤੇ ਮਸ਼ੀਨ ਨੂੰ ਤੱਕੋ। ਦਿਸ ਇਜ਼ ਦੀ ਏਜ ਆਫ ਦਾ ਮਸ਼ੀਨ, ਇਹ ਮਸ਼ੀਨੀ ਯੁੱਗ ਹੈ। ਮਤਲਬ ਕਿ ਸਾਡੀ ਜ਼ਿੰਦਗੀ ਦੇ ਹਰ ਪੜਾਅ ਤੇ, ਹਰ ਪੱਖ ਤੇ ਮਸ਼ੀਨ ਹੈ। ਇਹ ਦੇਖੋ ਕਿਦਾਂ, ਕਹਿੰਦੇ ਮਸ਼ੀਨਸ ਆਰ ਐਵਰੀਵੇਅਰ ਇਨ ਦਾ ਫੀਲਡਸ, ਕਹਿੰਦੇ ਮਸ਼ੀਨਾਂ ਖੇਤਾਂ ਵਿੱਚ ਹਰ ਪਾਸੇ ਹਨ। ਅੱਜ ਕੱਲ੍ਹ ਤੁਸੀਂ ਦੇਖ ਲਓ ਸਾਡੇ ਖੇਤ, ਜਿਹੜੀ ਖੇਤੀਬਾੜੀ ਜਿਹਨੂੰ ਅਸੀਂ ਕਹਿੰਦੇ ਵੀ ਕੁਦਰਤ ਨਾਲ ਜੁੜਿਆ ਕੀਤਾ ਹੈ, ਉਹਦੇ ਵਿੱਚ ਵੀ ਮਸ਼ੀਨਾਂ ਦਾ ਪੂਰਾ ਪਸਾਰਾ ਹੈ। ਇਨ ਦਾ ਫੈਕਟਰੀ, ਕਾਰਖਾਨੇ ਵਿੱਚ, ਇਨ ਦੀ ਹੋਮ, ਘਰ ਵਿੱਚ, ਇਨ ਦੀ ਸਟਰੀਟ, ਗਲੀ ਵਿੱਚ, ਇਨ ਦਾ ਸਿਟੀ, ਸ਼ਹਿਰ ਵਿੱਚ, ਇਨ ਦਾ ਕੰਟਰੀ, ਦੇਸ਼ ਵਿੱਚ, ਐਵਰੀਵੇਅਰ, ਘਰ ਵਿੱਚ, ਗਲੀ ਵਿੱਚ, ਸ਼ਹਿਰ ਵਿੱਚ, ਦੇਸ਼ ਵਿੱਚ, ਹਰ ਪਾਸੇ ਹਨ ਕੀ ਮਸ਼ੀਨਾਂ। ਕਹਿੰਦੇ ਟੂ ਫਲਾਈ, ਉੱਡਣ ਵਾਸਤੇ, ਇਟ ਇਜ਼ ਨਾਟ ਨੈਸੈਸਰੀ ਟੂ ਹੈਵ ਵਿੰਗਸ, ਵਿੰਗਸ ਦੀ ਖੰਭ, ਅਰਥਾਤ ਉੱਡਣ ਲਈ ਖੰਭਾਂ ਦਾ ਹੋਣਾ ਜ਼ਰੂਰੀ ਨਹੀਂ। ਹੁਣ ਤੁਸੀਂ ਇਹ ਨਾ ਸੋਚੋ ਕਿ ਮੈਂ ਕਬੂਤਰ ਨਹੀਂ ਹੈਗਾ, ਮੈਂ ਉੱਡ ਨਹੀਂ ਸਕਦਾ, ਮੇਰੇ ਕੋਲ, ਮੈਂ ਇੱਲ ਨਹੀਂ ਹੈਗਾ, ਮੈਂ ਬਾਜ ਨਹੀਂ ਹੈਗਾ, ਮੇਰੇ ਕੋਲ ਖੰਭ ਨਹੀਂ ਹੈਗੇ, ਮੈਂ ਨਹੀਂ ਉੱਡ ਸਕਦਾ। ਕਹਿੰਦੇ ਦੇਅਰ ਆਰ ਮਸ਼ੀਨਸ, ਐਰੋਪਲੇਨ ਨੇ, ਹੈਲੀਕਾਪਟਰ 'ਚ ਬਹਿ ਜਾਓ, ਜੱਟ ਵਿੱਚ ਬਹਿ ਜਾਓ, ਹਵਾਈ ਜਹਾਜ਼ 'ਚ ਬਹਿ ਜਾਓ, ਕਹਿੰਦੇ ਮਸ਼ੀਨਾਂ ਹਨ, ਉਹ ਤੁਹਾਨੂੰ ਉਡਾਰੀਆਂ ਦਵਾ ਦੇਣਗੀਆਂ। ਟੂ ਸਵਿਮ, ਤਰਨਾ, ਅੰਡਰ ਦਾ ਸੀ, ਸਮੁੰਦਰ ਦੇ ਤਲ ਦੇ ਥੱਲੇ। ਇੱਕ ਤਾਂ ਹੁੰਦਾ ਨਾ ਬੱਚੋ ਸਿਰ ਬਾਹਰ ਰੱਖ ਕੇ ਹਵਾ 'ਚੋਂ ਸਾਹ ਲੈਣਾ, ਨੱਕ ਔਰ ਮੂੰਹ, ਅੱਖਾਂ ਬਾਹਰ ਰੱਖਣੀਆਂ ਤੇ ਫਿਰ ਤਰਨਾ। ਇੱਕ ਹੁੰਦਾ ਪਾਣੀ 'ਚ ਡੁੱਬ ਕੇ ਥੱਲੇ, ਪਾਣੀ ਦੇ ਤਲ ਤੋਂ ਥੱਲੇ ਤਰਨਾ। ਉਹ ਕੌਣ ਕੰਮ ਕਰ ਸਕਦਾ? ਮੱਛੀਆਂ ਕਰ ਸਕਦੀਆਂ, ਕਿ ਮੱਛੀਆਂ ਕੋਲ ਕੀ ਹੁੰਦਾ ਹੈ, ਗਲਫਾੜੇ ਹੁੰਦੇ ਨੇ, ਗਲਫੜੇ ਹੁੰਦੇ ਨੇ, ਗਲਫੜੇ ਹੁੰਦੇ ਬੱਚਿਓ, ਉਹ ਉਹਨਾਂ ਦੇ ਮੂੰਹ ਦੇ ਕੋਲ ਖੰਭ ਜਿਹੇ ਹੁੰਦੇ ਨੇ, ਉਹਨਾਂ ਰਾਹੀਂ ਉਹ ਪਾਣੀ ਵਿੱਚੋਂ ਜਿਹੜੀ ਆਕਸੀਜਨ ਹੈ ਉਹ ਲੈਂਦੀਆਂ ਨੇ, ਆਕਸੀਜਨ ਲੈਂਦੀਆਂ ਨੇ। ਕਹਿੰਦੇ ਪਾਣੀ ਦੇ ਤਲ ਤੋਂ ਥੱਲੇ ਤਰਨ ਲਈ ਮੱਛੀ ਦੇ ਗਲਫੜਿਆਂ ਦੀ ਲੋੜ ਨਹੀਂ, ਵੀ ਡੋਂਟ ਨੀਡ ਦਾ ਗਿਲਸ। ਜਿੱਦਾਂ ਪੰਛੀਆਂ ਦੇ ਵਿੰਗਸ ਹੁੰਦੇ ਨੇ, ਖੰਭ ਹੁੰਦੇ ਨੇ, ਇੱਦਾਂ ਮੱਛੀਆਂ ਦੇ ਗਿਲਸ ਹੁੰਦੇ ਨੇ, ਜਿਹਦੇ ਰਾਹੀਂ ਉਹ ਪਾਣੀ ਵਿੱਚ ਵੀ ਸਾਹ ਲੈ ਸਕਦੀਆਂ ਹਨ। ਕਹਿੰਦੇ ਦੇਅਰ ਆਰ ਮਸ਼ੀਨਸ, ਮਸ਼ੀਨਾਂ ਹਨ। ਅੱਜ ਕੱਲ੍ਹ ਤੁਸੀਂ ਉਹ ਮਾਸਕ ਜਿਹਾ ਪਾ ਲਓ ਤੇ ਪਿੱਛੇ ਸਿਲੰਡਰ ਹੁੰਦਾ, ਉਹਨੂੰ ਕਹਿੰਦੇ ਸਨੋਰਕਲਿੰਗ। ਉਹ ਨਾਲ ਤੁਸੀਂ ਪਾਣੀ ਦੇ ਅੰਦਰ ਹੀ ਉਹ ਸਿਲੰਡਰ 'ਚੋਂ ਹਵਾ ਆਪਣੀ ਲਈ ਜਾਓ, ਸਾਹ ਲਈ ਜਾਓ, ਤੇ ਇੱਕ ਪਾਈਪ ਬਾਹਰ ਜਾ ਰਿਹਾ ਹੁੰਦਾ ਤੇ ਜਿਹੜਾ ਸਾਹ ਛੱਡਦੇ ਆ ਉਹ ਪਾਈਪ ਦੇ ਨਾਲ ਬਾਹਰ ਜਾਂਦਾ ਰਹਿੰਦਾ ਹੈ, ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਰਹਿੰਦੀ ਹੈ ਤੇ ਸਾਹ ਲੈਂਦੇ ਰਹੋ। ਤੇ ਤੁਸੀਂ ਕਿੰਨੇ ਹੀ ਮਿੰਟ, ਅੱਧਾ ਪੌਣਾ ਘੰਟਾ ਵੀ ਬੰਦਾ ਪਾਣੀ ਦੇ ਅੰਦਰ ਰਹਿ ਸਕਦਾ ਹੈ। ਸੋ ਤੇ ਅਗਲੀ ਗੱਲ ਦੇਖੋ, ਇੱਥੇ ਗੱਲ ਨਹੀਂ ਮੁੱਕਦੀ। ਟੂ ਕਿਲ ਅਵਰ ਫੈਲੋ ਮੈਨ ਇਨ ਓਵਰਵੈਲਮਿੰਗ ਹੁੰਦਾ ਬੱਚੋ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ, ਠੀਕ ਹੈ, ਅਸਰਦਾਇਕ ਨੰਬਰਸ, ਗਿਣਤੀਆਂ। ਦੇਅਰ ਆਰ ਮਸ਼ੀਨਸ, ਤੇ ਕਹਿੰਦੇ ਆਪਣੇ ਹੀ ਸਾਥੀ ਮਨੁੱਖਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਮਾਰ ਮੁਕਾਉਣ ਲਈ ਮਸ਼ੀਨਾਂ ਹਨ। ਕਹਿੰਦੇ ਸਿਰਫ ਉੱਡਣ ਦੀ ਗੱਲ ਜਾਂ ਪਾਣੀ ਦੇ ਥੱਲੇ ਤਰਨ ਦੀ ਗੱਲ ਨਹੀਂ। ਜੇ ਮੇਰਾ ਜੀ ਕਰਦਾ ਹੈ ਕਿ ਯਾਰ ਇਹ 10,000 ਬੰਦੇ ਮੈਨੂੰ ਪਸੰਦ ਨਹੀਂ ਹੈਗੇ, ਇਹ ਮੇਰੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ, ਮੈਂ ਇਹਨਾਂ ਨੂੰ ਮਾਰਨਾ, ਤੇ ਬੜਾ ਸੌਖਾ ਹੈ। ਅੱਜ ਕੱਲ੍ਹ ਇਹੋ ਜਿਹੇ ਕੈਮੀਕਲ ਹੈਗੇ ਨੇ, ਇਹੋ ਜਿਹੀਆਂ ਤੋਪਾਂ ਹੈਗੀਆਂ ਨੇ, ਇਹੋ ਜਿਹੇ ਬੰਬ ਹੈਗੇ ਨੇ, ਮੈਂ ਮਾਰ ਸਕਦਾ। ਅਮਰੀਕਾ ਨੇ ਹਿਰੋਸ਼ੀਮਾ ਵਿੱਚ ਬੰਬ ਸੁੱਟਿਆ, ਨਾਗਾਸਾਕੀ ਵਿੱਚ ਬੰਬ ਸੁੱਟਿਆ, ਦੇਸ਼ ਇੱਕ ਦੂਜੇ ਦੇ ਨਾਲ। ਅਮਰੀਕਾ ਨੇ ਆਪਣਾ ਇਰਾਕ ਦੇ ਉੱਤੇ ਉਹ ਬਹਾਨਾ ਮਾਰ ਕੇ, ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਬਹਾਨਾ ਮਾਰ ਕੇ ਸਦਾਮ ਹੁਸੈਨ ਨੂੰ ਮਾਰ ਦਿੱਤਾ ਤੇ ਉਹਦੇ ਕਈ ਬੰਦਿਆਂ ਨੂੰ ਮਾਰਿਆ। ਸੋ ਅੱਜ ਇਹ ਸਾਰਾ ਮਸ਼ੀਨਾਂ ਨਾਲ ਹੀ ਹੋਇਆ ਕੰਮ। ਜੇ ਮਸ਼ੀਨਾਂ ਨਾ ਹੁੰਦੀਆਂ ਤੇ ਇੰਨੀ ਵੱਡੀ ਪੱਧਰ ਤੇ ਇੱਕ ਬੰਦਾ ਜਿਹੜਾ ਥੋੜਾ ਦਿਮਾਗ ਹਿਲ ਜਾਂਦਾ ਹੈ, ਉਹ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮਾਰ ਦਿੰਦੇ। ਸਟਾਲਿਨ ਨੇ ਕਿੰਨੇ ਬੰਦੇ ਮਾਰੇ, ਮਾਓ ਨੇ ਕਿੰਨੇ ਬੰਦੇ ਮਾਰੇ, ਅਸੀਂ ਆਪਣੇ ਦੇਸ਼ ਵਿੱਚ ਵੀ ਕਿੰਨੇ ਕਤਲੇਆਮ ਦੇਖੇ ਨੇ, ਦੰਗੇ ਫਸਾਦ ਹੁੰਦੇ ਨੇ। ਸੋ ਟੂ ਕਿਲ ਅਵਰ ਫੈਲੋ ਮੈਨ ਇਨ ਓਵਰਵੈਲਮਿੰਗ ਨੰਬਰਸ ਦੇਅਰ ਆਰ ਮਸ਼ੀਨਸ
ਆਪਣੇ ਹੀ ਸਾਥੀ ਮਨੁੱਖਾਂ ਨੂੰ ਵੱਡੀ ਗਿਣਤੀ ਵਿੱਚ ਮਾਰ ਮੁਕਾਉਣ ਲਈ ਵੀ ਮਸ਼ੀਨਾਂ ਹਨ। ਕਹਿੰਦੇ ਪੈਟਰੋਲ ਮਸ਼ੀਨਸ ਅਰਥਾਤ ਉਹ ਵਾਲੀਆਂ ਮਸ਼ੀਨਾਂ ਜਿਹੜੀਆਂ ਪੈਟਰੋਲ ਨਾਲ, ਡੀਜ਼ਲ ਨਾਲ, ਫਿਊਲ ਦੇ ਨਾਲ ਚੱਲਦੀਆਂ ਹਨ, ਊਰਜਾ ਨਾਲ ਚੱਲਦੀਆਂ ਹਨ, ਐਲੋਨ ਕੱਲੀਆਂ ਉਹ provide 10 times more power than all human beings in the world। ਅਰਥਾਤ ਇਕੱਲੀਆਂ ਪੈਟਰੋਲ ਦੀਆਂ ਮਸ਼ੀਨਾਂ ਹੀ ਦੁਨੀਆ ਦੇ ਸਾਰੇ ਮਨੁੱਖਾਂ ਨਾਲੋਂ 10 ਗੁਣਾ ਵੱਧ ਤਾਕਤ ਦਿੰਦੀਆਂ ਹਨ। ਅਰਥਾਤ ਜਿਹੜਾ ਕੰਮ ਦੁਨੀਆ ਦੇ ਸਾਰੇ ਮਨੁੱਖ ਕਰ ਸਕਦੇ ਹਨ, ਮਸ਼ੀਨਾਂ ਦੀ ਗਿਣਤੀ ਤੇ ਬਹੁਤ ਘੱਟ ਹੈ ਉਹਨਾਂ ਦੇ ਮੁਕਾਬਲੇ, ਉਹ ਸਾਰਾ ਕੰਮ ਤੇ ਉਹ ਤੋਂ 10 ਗੁਣਾ ਜ਼ਿਆਦਾ ਕੰਮ ਕੱਲੀਆਂ ਪੈਟਰੋਲ ਦੀਆਂ ਮਸ਼ੀਨਾਂ ਕਰ ਸਕਦੀਆਂ ਹਨ। ਇਨ ਦੀ ਬਿਜ਼ੀਐਸਟ ਕੰਟਰੀਜ਼, ਬਿਜ਼ੀ ਹੁੰਦਾ ਬੱਚੋ ਰੁੱਝਿਆ ਹੋਇਆ ਜਾਂ ਮਸਰੂਫ, ਦੀ ਬਿਜ਼ੀਐਸਟ ਸਭ ਤੋਂ ਵੱਧ ਮਸਰੂਫ, ਜਿਹੜੇ ਕੰਟਰੀ ਅਸੀਂ ਕਹਿੰਦੇ ਵੀ ਬੜੇ ਰੁੱਝੇ ਹੋਏ ਨੇ, ਰਾਤ ਦਿਨ ਉੱਥੇ ਚਹਿਲ ਪਹਿਲ ਹੁੰਦੀ ਰਹਿੰਦੀ ਹੈ, ਸ਼ਿਫਟਾਂ ਚੱਲਦੀਆਂ, ਫੈਕਟਰੀਆਂ ਚੱਲਦੀਆਂ, ਕੰਮ ਹੁੰਦਾ ਰਹਿੰਦਾ ਹੈ ਨਾ। ਕਹਿੰਦੇ ਸਭ ਤੋਂ ਵੱਧ ਮਸਰੂਫ ਦੇਸ਼ਾਂ ਵਿੱਚ ਈਚ ਇੰਡੀਵਿਜੂਅਲ, ਹਰ ਸ਼ਖਸ, ਹਰ ਪ੍ਰਾਣੀ ਹੈਜ਼ 600 ਹਿਊਮਨ ਸਲੇਵਸ ਇਨ ਹਿਜ਼ ਮਸ਼ੀਨਸ। ਇਹਦਾ ਮਤਲਬ ਕੀ ਹੈ? ਹਰੇਕ ਸ਼ਖਸ ਕੋਲ ਆਪਣੀ ਮਸ਼ੀਨ ਵਿੱਚ 600 ਮਨੁੱਖੀ ਗੁਲਾਮ ਹਨ। ਅਰਥਾਤ ਉਹਦੇ ਕੋਲ ਇੰਨੀਆਂ ਮਸ਼ੀਨਾਂ ਹਨ, ਉਹ ਇੰਨਾ ਕੰਮ ਕਰਦੀਆਂ ਹਨ ਕਿ ਜੇ ਮਸ਼ੀਨਾਂ ਨਾ ਹੁੰਦੀਆਂ ਤੇ ਉਹਨੂੰ 600 ਗੁਲਾਮਾਂ ਦੀ ਲੋੜ ਪੈਣੀ ਸੀ। ਇੱਕ ਬੰਦੇ ਦੇ ਪ੍ਰਤੀ ਉਹਦੇ ਕੋਲ ਇੰਨੇ ਯੰਤਰ ਨੇ, ਇੰਨੇ ਮਸ਼ੀਨ ਨੇ ਜੋ ਉਹਦੇ ਲਈ ਉਹ ਸਾਰਾ ਕੰਮ ਕਰਦੀਆਂ ਹਨ। ਜੇ ਉਹ ਮਸ਼ੀਨਾਂ ਨਾ ਹੁੰਦੀਆਂ ਤੇ ਉਹਨੂੰ 600 ਗੁਲਾਮ ਰੱਖਣੇ ਪੈਣੇ ਸੀ। ਇਹ ਹਾਲ ਹੈ। ਵਟ ਆਰ ਦੀ ਕੌਨਸੀਕੁਐਂਸਿਸ ਆਫ ਦਿਸ ਐਬਨੋਰਮਲ ਪਾਵਰ। ਪਾਵਰ ਮੈਨੇ ਤਾਕਤ, ਨॉर्मल मैंने साधारण, एबनॉर्मल मैंने उल्टा हो गया, विरोधी शब्द हो गया असाधारण, मतलब कि गैर सामी। देखो ना, एक बंदे को 600 गुलाम जिन्ना काम, मतलब कि 600 गुलाम वर्गे बंदे होण, वो काम करते होण, ते असाधारण गल हैगी है। ते कॉन्सीक्वेंस होंदा बच्चों सिट्टा, नतीजा, ते कॉन्सीक्वेंसिस हो गया सिट्टे, बहुवचन हो गया। इस असाधारण ताकत दे की सिट्टे हन, ਇਹਦਾ ਕੀ ਨਤੀਜਾ ਨਿਕਲੇਗਾ, ਭਵਿੱਖ ਵਿੱਚ ਇਹਦਾ ਕੀ ਹੋਣ ਵਾਲਾ ਹੈ। ਕਹਿੰਦੇ ਬਿਫੋਰ ਦੀ ਵਾਰ, ਜੰਗ ਤੋਂ ਪਹਿਲਾਂ, ਵਾਰ ਹੁੰਦਾ ਜੰਗ, ਜੰਗ ਤੋਂ ਪਹਿਲਾਂ ਇਟ ਲੁਕਡ ਐਜ਼ ਦੋ ਇਟ ਮਾਈਟ ਬੀ ਪੋਸੀਬਲ, ਇਵੇਂ ਜਾਪਿਆ, ਇਟ ਲੁਕਡ ਇਵੇਂ ਜਾਪਿਆ, ਐਜ਼ ਦੋ ਜਿਵੇਂ ਕਿ ਇਟ ਮਾਈਟ ਬੀ ਪੋਸੀਬਲ ਸ਼ਾਇਦ ਇਦਾਂ ਹੋ ਜਾਏ, ਇਵੇਂ ਜਾਪਿਆ ਕਿ ਸ਼ਾਇਦ ਮੁਮਕਿਨ ਹੋਵੇ, ਪੋਸੀਬਲ ਬਣੇ ਮੁਮਕਿਨ। ਫॉर ਦੀ ਫਸਟ ਟਾਈਮ ਇਨ ਹਿਸਟਰੀ, ਇਤਿਹਾਸ ਵਿੱਚ ਪਹਿਲੀ ਵੇਰਾਂ, ਕਿ to provide food and clothing and shelter for the teeming population। population ਹੁੰਦਾ ਆਬਾਦੀ, ਤੇ teeming population ਬੱਚਿਓ ਤੇਜ਼ੀ ਨਾਲ ਵੱਧਦੀ ਆਬਾਦੀ। teeming ਮੈਨੇ ਮਤਲਬ ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ, ਨਕਾ ਨਕ ਭਰੀ ਜਾ ਰਹੀ ਹੈ, ਉਹਨੂੰ ਤਾਂ ਅਸੀਂ ਸ਼ਬਦ ਵਰਤਦੇ ਹਾਂ teeming of the world। ਕਹਿੰਦੇ ਜੰਗ ਤੋਂ ਪਹਿਲਾਂ ਇਵੇਂ ਜਾਪਿਆ ਕਿ ਸ਼ਾਇਦ ਮੁਮਕਿਨ ਹੋਵੇ, ਇਤਿਹਾਸ ਵਿੱਚ ਪਹਿਲੀ ਵਾਰ, ਕਿ ਦੁਨੀਆ ਦੀ ਤੇਜ਼ੀ ਨਾਲ ਵੱਧਦੀ ਜਾਂਦੀ ਆਬਾਦੀ ਲਈ ਰੋਟੀ ਅਤੇ ਕੱਪੜਾ ਅਤੇ ਛੱਤ ਦੇਣੀ ਸ਼ਾਇਦ ਮੁਮਕਿਨ ਹੋ ਜਾਏ। ਜੰਗ ਤੋਂ ਪਹਿਲਾਂ ਇਹਦੇ ਜਾਪਣਾ ਸ਼ੁਰੂ ਹੋ ਗਿਆ ਸੀਗਾ, ਕਿਉਂਕਿ ਤਰੱਕੀ ਸਾਇੰਸ ਨੇ ਪੈਰ ਆਪਣੇ ਰੱਖ ਲਏ ਸੀਗੇ। 14ਵੀਂ 15ਵੀਂ ਸਦੀ ਵਿੱਚ ਬੱਚਿਓ, 15ਵੀਂ 16ਵੀਂ ਸਦੀ ਵਿੱਚ ਸਾਇੰਸ ਨੇ ਆਪਣਾ ਆਗਾਜ਼ ਸ਼ੁਰੂ ਕਰ ਦਿੱਤਾ ਸੀਗਾ, ਠੀਕ ਹੈ। ਸੋ ਹਰ ਇੱਕ ਮਰਦ, ਔਰਤ ਅਤੇ ਬੱਚੇ ਲਈ, ਐਵਰੀ ਮੈਨ, ਵੂਮਨ ਐਂਡ ਚਿਲਡਰਨ, ਮਤਲਬ ਕਿ ਜੰਗ ਤੋਂ ਪਹਿਲੇ ਤੱਕ ਤੇ ਇਹ ਜਾਪਦਾ ਸੀਗਾ ਕਿ ਸ਼ਾਇਦ ਪਹਿਲੀ ਵਾਰ ਇਤਿਹਾਸ ਵਿੱਚ ਇਦਾਂ ਹੋਏਗਾ ਕਿ ਦੁਨੀਆ ਦੇ ਹਰ ਮਨੁੱਖ ਲਈ, ਮਰਦ ਲਈ, ਔਰਤ ਲਈ, ਬੱਚੇ ਲਈ ਰੋਟੀ, ਕੱਪੜਾ ਅਤੇ ਜਿਹੜਾ ਛੱਤ ਹੈ ਉਹ ਮੁਹੱਈਆ ਕਰ ਦਿੱਤੀ ਜਾਏਗੀ। This would have been one of the greatest triumphs of science। ਟਰਾਇੰਫ ਹੁੰਦੀ ਹੈ ਬੱਚੋ ਜਿੱਤ, ਕੌਨਕੁਐਸਟ ਦਾ ਮਤਲਬ ਵੀ ਜਿੱਤ ਹੁੰਦਾ ਹੈ, ਟਰਾਇੰਫ ਦਾ ਮਤਲਬ ਵੀ ਜਿੱਤ ਹੁੰਦਾ ਹੈ, ਵਿਕਟਰੀ ਦਾ ਮਤਲਬ ਵੀ ਜਿੱਤ ਹੁੰਦਾ ਹੈ, ਵਿਨ ਦਾ ਮਤਲਬ ਵੀ ਜਿੱਤ ਹੁੰਦਾ ਹੈ, WIN, ਠੀਕ ਹੈ। ਸੋ this would have been, ਜੇ ਇਦਾਂ ਹੋ ਜਾਂਦਾ ਵੀ ਹਰ ਇੱਕ ਬੰਦੇ ਨੂੰ, ਬੀਬੀ ਨੂੰ, ਬੱਚੇ ਨੂੰ ਰੋਟੀ, ਪਾਣੀ, ਕੱਪੜਾ, ਛੱਤ ਮਿਲ ਜਾਂਦੀ, ਤੇ ਫਿਰ ਇਹ ਵਿਗਿਆਨ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੋਣੀ ਸੀ। ਵਨ ਆਫ ਦੀ ਗ੍ਰੇਟੈਸਟ ਟਰਾਇੰਫਸ, ਵਨ ਆਫ ਦੀ ਗ੍ਰੇਟੈਸਟ ਮੈਨੇ ਇੱਕ, ਸਭ ਤੋਂ ਵੱਡੀਆਂ, ਗ੍ਰੇਟੈਸਟ ਟਰਾਇੰਫਸ ਮੈਨੇ ਸਭ ਤੋਂ ਵੱਡੀਆਂ ਜਿੱਤਾਂ ਚੋਂ, ਵਨ ਆਫ ਦੀ ਮੈਨੇ ਉਹਨਾਂ ਚੋਂ ਇੱਕ ਹੋਣੀ ਸੀਗੀ। ਤਾਂ ਅਸੀਂ ਕਹਿ ਸਕਦੇ ਸੀ ਵੀ ਸਾਇੰਸ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ, ਪਰ ਇਦਾਂ ਹੋਇਆ ਨਹੀਂ। ਕਹਿੰਦੇ ਐਂਡ ਜੈਟ ਮੈਨੀ ਅ ਟਾਈਮ, ਮੈਨੀ ਅ ਟਾਈਮ ਵੀ ਬੱਚੋ ਇੱਕ ਮੁਹਾਵਰਾ ਹੈ। ਮੈਨੀ ਅ ਟਾਈਮ ਦਾ ਮਤਲਬ ਸੇਮ ਹੈ ਮੈਨੀ ਟਾਈਮਸ, ਚਾਹੇ ਤੁਸੀਂ ਮੈਨੀ ਅ ਟਾਈਮ ਕਹਿ ਲਓ, ਚਾਹੇ ਮੈਨੀ ਟਾਈਮਸ ਕਹਿ ਲਓ, ਇੱਕੋ ਹੀ ਗੱਲ ਹੈ। ਇਹ ਇੱਕੋ ਗੱਲ ਕਹਿਣ ਦੇ ਦੋ ਲਹਿਜ਼ੇ ਨੇ, ਦੋ ਤਰੀਕੇ ਨੇ, ਦੋ ਢੰਗ ਨੇ। ਮੈਨੀ ਅ ਟਾਈਮ ਵੀ ਕਹਿ ਸਕਦੇ ਹਾਂ, ਮੈਨੀ ਟਾਈਮਸ ਵੀ ਕਹਿ ਸਕਦੇ ਹਾਂ। ਐਸਪੈਸ਼ਲੀ, ਖਾਸ ਤੌਰ ਤੇ, ਡਿਊਰਿੰਗ ਦਾ ਵਾਰ, ਜੰਗ ਦੇ ਦੌਰਾਨ, ਵੀ ਹੈਵ ਸੀਨ, ਅਸੀਂ ਵੇਖਿਆ ਹੈ, ਦੀ ਵਰਲਡ ਕ੍ਰੈਮਡ ਫੁੱਲ ਆਫ ਫੂਡ, ਕ੍ਰੈਮਡ ਹੁੰਦਾ ਬੱਚੋ ਤੁੰਨਿਆ ਹੋਇਆ, ਕਸ ਕਸ ਕੇ ਭਰਿਆ ਹੋਇਆ, ਫੁੱਲ ਆਫ ਫੂਡ ਐਂਡ ਪੀਪਲ ਹੰਗਰੀ, ਤੇ ਲੋਕ ਭੁੱਖੇ।
ਇਹਦਾ ਮਤਲਬ ਕੀ ਹੋਇਆ? ਅਤੇ ਫਿਰ ਵੀ ਕਈ ਵਾਰੀ, ਐਂਡ ਯਟ, ਅਤੇ ਫਿਰ ਵੀ, ਐਂਡ ਯਟ ਮੈਨੀ ਅ ਟਾਈਮ, ਅਤੇ ਫਿਰ ਵੀ ਕਈ ਵਾਰੀ, ਖਾਸ ਤੌਰ ਤੇ ਐਸਪੈਸ਼ਲੀ ਡਿਊਰਿੰਗ ਦੀ ਵਾਰ, ਜੰਗ ਦੇ ਦੌਰਾਨ, ਅਸੀਂ ਦੇਖਿਆ ਹੈ, ਵੀ ਹੈਵ ਸੀਨ, ਕਿ ਸੰਸਾਰ ਤਾਂ ਖਾਣੇ ਨਾਲ ਤੁੰਨਿਆ ਪਿਆ ਹੈ। ਦੀ ਵਰਲਡ ਕ੍ਰੈਮਡ ਫੁੱਲ ਆਫ ਫੂਡ, ਭਈ ਗੋਦਾਮ ਭਰੇ ਪਏ ਨੇ, ਪਰ ਲਾਲਚੀ ਲੋਕ ਵੀ ਨੇ। ਅੱਜ ਜਿੱਦਾਂ ਸਾਡੇ ਕੋਲ ਅੰਬਾਨੀ ਅਡਾਨੀ ਨੇ, ਉਹ ਕਿਸਾਨਾਂ ਦੀਆਂ ਜ਼ਮੀਨਾਂ ਤੇ ਨਜ਼ਰ ਲਗਾਈ ਬੈਠੇ ਨੇ ਵੀ ਕਣਕ ਚੌਲ ਤੇ ਅਸੀਂ ਕਬਜ਼ਾ ਕਰ ਲਈਏ, ਤੇ ਲੱਖਾਂ ਟਨਾਂ ਦਾ ਉਹਨਾਂ ਨੇ ਉਹ ਸਾਈਲੋ ਬਣਾਏ ਨੇ, ਤੇ ਉਹਨਾਂ ਜਮ੍ਹਾਂ ਕਰਕੇ ਫਿਰ ਅਸੀਂ ਸਾਰਾ ਕੰਟਰੋਲ ਸਾਡੇ ਹੱਥ ਵਿੱਚ ਆ ਜਾਵੇ, ਹਨਾ। ਸੋ ਖਾਸ ਤੌਰ ਤੇ ਜੰਗ ਦੌਰਾਨ ਅਸੀਂ ਦੇਖੀਏ, ਸੰਸਾਰ ਤਾਂ ਖਾਣੇ ਨਾਲ ਤੁੰਨਿਆ ਪਿਆ ਹੈ ਅਤੇ ਲੋਕੀ ਭੁੱਖੇ ਹਨ। ਵੀ ਗੋਦਾਮਾਂ ਵਿੱਚ ਅਨਾਜ ਭਰਿਆ ਪਿਆ ਹੈ, ਪਰ ਉਸ ਅਨਾਜ ਦੇ ਲਾਗੇ ਹੀ ਕੁਝ ਮੀਟਰ ਦੀ ਦੂਰੀ ਤੇ ਲੋਕ ਭੁੱਖੇ ਮਰਦੇ ਪਏ ਨੇ। ਫॉर दैट्स दी वे ऑफ ਸਾਇੰਸ ਐਂਡ ਦੀ ਮਸ਼ੀਨ ਏਜ। ਕਿਉਂਕਿ ਬੱਚੇ, ਮਸ਼ੀਨ ਵਿੱਚ ਤਾਂ ਜਜ਼ਬਾ ਨਹੀਂ ਹੁੰਦਾ। ਵਿਗਿਆਨ ਤੇ ਮਸ਼ੀਨ ਜਜ਼ਬਿਆਂ ਦੀ ਗੱਲ ਨਹੀਂ ਕਰਦੀ। ਵਿਗਿਆਨ ਤੇ ਮਸ਼ੀਨ ਇਹ ਨਹੀਂ ਸਿਖਾਉਂਦਾ ਕਿ ਸਰਬਤ ਦਾ ਭਲਾ ਕਰਨਾ ਚਾਹੀਦਾ ਹੈ, ਬੁਰੇ ਦਾ ਭਲਾ ਕਰਨਾ ਚਾਹੀਦਾ ਹੈ, ਜਾਂ ਸੇਵਾ ਕਰਨੀ ਚਾਹੀਦੀ ਹੈ, ਵੰਡ ਕੇ ਛਕਣਾ ਚਾਹੀਦਾ ਹੈ। ਇਹ ਗੱਲਾਂ ਮਸ਼ੀਨਾਂ ਨਹੀਂ ਸਿਖਾਉਂਦੀਆਂ, ਕਿਉਂਕਿ ਵਿਗਿਆਨ ਅਤੇ ਇਸ ਮਸ਼ੀਨੀ ਯੁੱਗ ਦਾ ਇਹੀ ਵਰਤਾਰਾ ਹੈ। ਉਹਦੀ ਸਿੱਖਿਆ ਇੱਥੇ ਤੱਕ ਹੀ ਸੀਮਤ ਹੈ ਵੀ ਮੁਨਾਫਾ ਕਮਾਓ, ਚੀਜ਼ਾਂ ਪੈਦਾ ਕਰੋ, ਦੈਟਸ ਆਲ। ਤੇ ਉਹਨੂੰ ਬਾਕੀ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਮਨੁੱਖੀ ਜਜ਼ਬਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਇੰਸ ਪ੍ਰੋਡਿਊਸਿਸ ਦਾ ਗੁੱਡਸ, ਇਟ ਮੇਕਸ ਦਾ ਗੁੱਡਸ, ਬਟ ਹੈਜ਼ ਨੋ ਕੰਟਰੋਲ ਓਵਰ ਦੀ ਕੌਨਸੀਕੁਐਂਸਿਸ। ਵਿਗਿਆਨ ਚੀਜ਼ਾਂ ਪੈਦਾ ਕਰਦਾ ਹੈ, ਪ੍ਰੋਡਿਊਸਿਸ ਦਾ ਗੁੱਡਸ, ਚੀਜ਼ਾਂ ਬਣਾਉਂਦਾ ਹੈ, ਮੇਕਸ ਦਾ ਗੁੱਡਸ, ਬਟ ਹੈਜ਼ ਨੋ ਕੰਟਰੋਲ ਓਵਰ ਦੀ ਕੌਨਸੀਕੁਐਂਸਿਸ। ਪਰ ਸਿੱਟਿਆਂ ਤੇ ਇਸ ਦਾ ਕੋਈ ਵਸ ਨਹੀਂ। ਜਿਹੜੀ ਵਸਤੂ ਬਣਾ ਦਿੱਤੀ ਹੈ, ਉਹ ਕਿਹੜਾ ਰੂਪ ਇਖਤਿਆਰ ਕਰੇਗੀ, ਉਹਦਾ ਮਨੁੱਖ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪਏਗਾ, ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਉਹਦੇ ਕੀ ਨਤੀਜੇ ਨਿਕਲਣਗੇ, ਕੀ ਸਿੱਟੇ ਨਿਕਲਣਗੇ, ਇਹਦੇ ਉੱਤੇ ਸਾਇੰਸ ਦਾ, ਵਿਗਿਆਨ ਦਾ ਕੋਈ ਵਸ ਨਹੀਂ ਹੈ। ਦੀ ਮਸ਼ੀਨ ਏਜ ਗਿਵਸ ਅਸ ਈਅਰ ਬਾਈ ਈਅਰ, ਸਾਲ ਦਰ ਸਾਲ, ਹਰ ਸਾਲ, ਮੋਰ ਆਵਰਸ ਆਫ ਲੇਜ਼ਰ। ਲੇਜ਼ਰ ਹੁੰਦਾ ਬੱਚੋ ਵੇਲਪਣਾ। ਮੰਨ ਲਓ ਮੈਂ ਜਿੱਦਾਂ ਮਤਲਬ ਕਿ ਮੈਂ ਪਹਿਲੇ ਪੱਠੇ ਕੁਤਰਨ ਨੂੰ ਮੈਨੂੰ ਲੱਗਦੇ ਸੀਗੇ ਅੱਧਾ ਘੰਟਾ ਲੱਗਦਾ ਸੀ, ਮੰਨ ਲਓ, ਠੀਕ ਹੈ। ਹੁਣ ਮੋਟਰ ਲੱਗ ਗਈ, ਹੁਣ ਪੱਠੇ ਕੁਤਰੇ ਗਏ ਕਿੰਨੇ ਮਿੰਟ ਵਿੱਚ? ਹੁਣ ਅੱਧੇ ਮਿੰਟ ਵਿੱਚ, ਅੱਧੇ ਘੰਟੇ ਨਹੀਂ ਲੱਗਿਆ, ਹੁਣ 5 ਮਿੰਟ ਲੱਗੇ, ਤੇ 25 ਮਿੰਟ ਮੇਰੇ ਜਿਹੜੇ ਕੀ ਹੋ ਗਿਆ, ਉਹ ਲੇਜ਼ਰ, ਉਹ ਮੇਰੇ ਬਚ ਗਏ। ਉਹ ਉਹਨੂੰ ਕਹਿੰਦੇ ਵੇਲ, ਠੀਕ ਹੈ ਨਾ। ਸੋ ਜਿਹੜਾ ਕੰਮ ਮੈਂ ਪਹਿਲੇ ਹੱਥੀਂ ਕਰਦਾ ਸੀਗਾ, ਕੁਝ ਘੰਟੇ ਲਾਉਂਦਾ ਸੀਗਾ, ਹੁਣ ਕੁਝ ਮਿੰਟਾਂ ਵਿੱਚ ਮਸ਼ੀਨ ਨੇ ਉਹ ਕੰਮ ਮੇਰਾ ਕਰ ਦਿੱਤਾ, ਤੇ ਮੇਰੇ ਕੋਲ ਕੀ ਬਚ ਗਿਆ? ਸਮਾਂ ਬਚ ਗਿਆ, ਵੇਲਪੁਣੇ ਦਾ ਸਮਾਂ ਬਚ ਗਿਆ। ਵੇਲਪੁਣੇ ਦਾ ਸਮਾਂ ਇਹਨੂੰ ਕਹਿੰਦੇ ਆ ਲੇਜ਼ਰ, ਜਿਹ 'ਚ ਮੈਂ ਆਪਣਾ ਝਪਕੀ ਲੈ ਸਕਦਾ, ਆਪਣਾ ਕੋਈ ਸੈਰ ਕਰ ਸਕਦਾ, ਆਪਣਾ ਇੰਜੋਏ ਕਰ ਸਕਦਾ। ਉਹਨੂੰ ਕਹਿੰਦੇ ਵੀ ਹੁਣ ਲੇਜ਼ਰ ਦਾ ਮਤਲਬ ਵੀ ਮੇਰੀ ਜ਼ਿੰਮੇਵਾਰੀ ਕੋਈ ਨਹੀਂ, ਹੁਣ ਮੈਂ ਜੋ ਮਰਜ਼ੀ ਆਪਣੇ ਆਪ ਨੂੰ ਸਮਾਂ ਮੈਂ ਜਿੱਦਾਂ ਮਰਜ਼ੀ ਬਿਤਾਵਾਂ, ਅਖਬਾਰ ਪੜ੍ਹਾਂ ਜਾਂ ਮੈਂ ਸੌਂ ਜਾਵਾਂ, ਹਨਾ, ਕੁਝ ਵੀ ਕਰਨਾ, ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਆਵਾਂ, ਜੋ ਮਰਜ਼ੀ ਕਰ ਲਵਾਂ। ਉਹਨੂੰ ਕਹਿੰਦੇ ਲੇਜ਼ਰ, ਜਿੱਥੇ ਕੋਈ ਕੰਮ ਕਰਨ ਦਾ ਬੋਝ ਨਹੀਂ ਹੁੰਦਾ, ਜ਼ਿੰਮੇਵਾਰੀ ਨਹੀਂ ਹੁੰਦੀ, ਠੀਕ ਹੈ, ਉਹਨੂੰ ਲੇਜ਼ਰ ਕਿਹਾ ਜਾਂਦਾ। ਕਹਿੰਦੇ ਇਹ ਮਸ਼ੀਨੀ ਯੁੱਗ ਸਾਨੂੰ ਸਾਲ ਦਰ ਸਾਲ, ਅਰਥਾਤ ਸਾਲ ਤੋਂ ਬਾਅਦ ਸਾਲ ਤੋਂ ਬਾਅਦ, ਹਰ ਇੱਕ ਸਾਲ ਵੇਲ ਦੇ ਹੋਰ ਜ਼ਿਆਦਾ ਘੰਟੇ ਦਿੰਦਾ ਹੈ। ਤੁਸੀਂ ਜਾਣਦੇ ਹੀ ਹੋ, ਹਨਾ। ਬਟ ਇਟ ਫੇਲਸ ਟੂ ਟੀਚ ਅਸ ਹਾਊ ਟੂ ਯੂਜ਼ them। ਪਰ ਸਾਨੂੰ ਇਹ ਸਿਖਾਉਣ ਵਿੱਚ ਨਾਕਾਮਯਾਬ ਹੈ ਕਿ ਉਹਨਾਂ ਨੂੰ ਵਰਤਣਾ ਕਿਵੇਂ ਹੈ। ਇਹ ਕਮਾਲ ਦੀ ਗੱਲ। ਕਹਿੰਦੇ ਜਿਹੜਾ ਖਾਲੀ ਸਮਾਂ ਮਸ਼ੀਨਾਂ ਨੇ ਸਾਨੂੰ ਦਿੱਤਾ ਹੈ, ਉਹ ਮਸ਼ੀਨਾਂ ਨੇ ਖਾਲੀ ਸਮਾਂ ਤੇ ਸਾਨੂੰ ਦੇ ਦਿੱਤਾ ਵੀ ਚਲੋ ਤੁਹਾਡਾ ਕੰਮ ਹੈ, ਮਸ਼ੀਨ ਨੇ ਕਰ ਦਿੱਤਾ, ਹੁਣ ਤੂੰ ਵਿਹਲਾ ਹੋ ਜਾ। ਪਰ ਉਹ ਜਿਹੜਾ ਵਿਹਲਾ ਸਮਾਂ ਮਿਲਿਆ ਹੈ, ਉਹਨੂੰ ਵਰਤਣਾ ਕਿਵੇਂ ਹੈ, ਉਹਨੂੰ ਸਾਰਥਕ ਕਿਵੇਂ ਬਣਾਉਣਾ ਹੈ, ਉਹਨੂੰ ਕਿਸ ਲੇਖੇ ਲਾਉਣਾ ਹੈ, ਇਸ ਬਾਰੇ ਵਿਗਿਆਨ ਜਾਂ ਮਸ਼ੀਨਾਂ ਸਾਨੂੰ ਕੁਝ ਨਹੀਂ ਸਿਖਾਉਂਦੀਆਂ। ਇਟ ਗਿਵਸ ਅਸ ਮਕੈਨੀਕਲ ਹੈਬਿਟਸ ਆਫ ਮਾਈਂਡ। ਜਿਵੇਂ ਮਸ਼ੀਨ ਕੰਮ ਕਰਦੀ ਹੈ, ਸਾਡੇ ਦਿਮਾਗ ਨੂੰ ਵੀ ਉਹਨਾਂ ਨੇ ਮਸ਼ੀਨ ਬਣਾਤਾ ਹੈ। ਐਂਡ ਰਿਪਰੈਸਿਸ, ਰਿਪਰੈਸ ਹੁੰਦਾ ਬੱਚੋ ਦਬਾਉਣਾ, ਕਿਸੇ ਉੱਭਰਦੀ ਚੀਜ਼ ਨੂੰ ਦਬਾਉਣਾ। ਜਿੱਦਾਂ ਕੋਈ ਅੰਦੋਲਨ ਹੁੰਦਾ, ਉਹਨੂੰ ਦਬਾਉਣਾ, ਉਹਨੂੰ ਵੀ ਰਿਪਰੈਸ ਕਹਿੰਦੇ ਨੇ। ਜਾਂ ਕੋਈ ਜਜ਼ਬੇ ਨੂੰ ਦਬਾਉਣਾ, ਜਾਂ ਕਿਸੇ ਹੋਰ ਗਤੀਵਿਧੀ ਨੂੰ ਦਬਾਉਣਾ, ਉਹਨੂੰ ਕਿਹਾ ਜਾਂਦਾ ਰਿਪਰੈਸ। ਦੀ ਸਪਿਰਿਟ ਆਫ ਐਡਵੈਂਚਰ, ਸਪਿਰਿਟ ਹੁੰਦਾ ਬੱਚਿਓ ਉਹ ਜੋਸ਼, ਤੇ ਐਡਵੈਂਚਰ ਹੁੰਦਾ ਜੋਖਮ ਲੈਣ ਦਾ ਜੋਸ਼, ਹਿੰਮਤ, ਕੋਈ ਔਖਾ ਕੰਮ ਕਰਨਾ, ਹਨਾ। ਸੋ ਇਹਦਾ ਮਤਲਬ ਕੀ ਹੈ? ਇਹ ਸਾਨੂੰ ਦਿਮਾਗ ਦੀਆਂ ਮਸ਼ੀਨੀ ਆਦਤਾਂ ਦਿੰਦਾ ਹੈ। ਤੁਸੀਂ ਦੇਖੋ ਨਾ, ਮੋਬਾਈਲ ਫੋਨ ਕਿੱਦਾਂ ਬੰਦੇ ਵਰਤ ਰਹੇ ਨੇ, ਨਾਲ ਰੋਟੀ ਖਾਈ ਜਾ ਰਹੇ ਨੇ, ਕਈ ਟਾਇਲਟ 'ਚ ਵੀ ਲੈ ਜਾਂਦੇ ਨੇ, ਤੁਰਦੇ ਫਿਰਦੇ ਗੱਡੀਆਂ ਚਲਾਉਂਦੇ ਵੀ ਉਂਗਲਾਂ ਉਹਨਾਂ ਦੀ ਚੱਲੀ ਜਾਂਦੀਆਂ, ਤੇ ਆਲੇ ਦੁਆਲੇ ਕੀ ਹੋ ਰਿਹਾ ਉਹਨੂੰ ਕੁਝ ਪਤਾ ਨਹੀਂ ਚੱਲਦਾ। ਸੋ it gives us mechanical habits of mind and represses the spirit of adventure। ਇਹ ਸਾਨੂੰ ਦਿਮਾਗ ਦੀਆਂ ਮਸ਼ੀਨੀ ਆਦਤਾਂ ਦਿੰਦਾ ਹੈ, ਪਰ ਔਖੇ ਕੰਮ ਕਰਨ ਦੇ ਜਜ਼ਬੇ ਨੂੰ ਦਬਾਉਂਦਾ ਹੈ। ਵੀ ਹੁਣ ਬੰਦਾ ਇੰਨਾ ਵਿਹਲਾ ਹੋ ਗਿਆ ਔਰ ਇੰਨਾ ਸੁੱਖ ਰਹਿਣਾ ਹੋ ਗਿਆ ਹੈ
ਕਿ ਬਿਮਾਰੀਆਂ ਨੇ, ਹੁਣ ਛਿਆਟਿਕਾ ਦੀ ਪ੍ਰੋਬਲਮ ਹੋ ਗਈ, ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਗਈ, ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੋ ਗਈ, ਕਿਸੇ ਨੂੰ ਲੱਕ ਦੀ ਪ੍ਰੋਬਲਮ ਹੋ ਗਈ, ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੋ ਗਈ, ਕਿਸੇ ਨੂੰ ਕੋਲੈਸਟਰੋਲ ਦੀ ਪ੍ਰੋਬਲਮ ਹੋ ਗਈ। ਇਹ ਪ੍ਰੋਬਲਮ ਕਾਹਦੀਆਂ ਨੇ ਬੱਚਿਓ? ਇਹ ਸਾਰੀਆਂ ਪ੍ਰੋਬਲਮ ਨੇ ਵਿਹਲੇਪਣ ਦੀਆਂ। ਜਿੱਲੇ ਬੰਦਾ ਮੁਸ਼ੱਕਤ ਕਰਨੀ ਛੱਡ ਦਿੰਦਾ ਹੈ ਤਦ ਇਹ ਸਾਰੀਆਂ ਬਿਮਾਰੀਆਂ ਲੱਗਦੀਆਂ ਜੋ ਸਾਨੂੰ ਮਸ਼ੀਨਾਂ ਨੇ ਦਿੱਤੀਆਂ ਨੇ। ਇਹ ਸਾਨੂੰ ਦਿਮਾਗ ਦੀਆਂ ਮਸ਼ੀਨੀ ਆਦਤਾਂ ਦਿੰਦਾ ਹੈ, ਪਰ ਔਖੇ ਕੰਮ ਕਰਨ ਦੇ ਜਜ਼ਬੇ ਨੂੰ ਦਬਾਉਂਦਾ ਹੈ। ਵੀ ਹੁਣ ਤੇ ਬੰਦਾ ਕਹਿੰਦਾ ਵੀ ਸਾਰਾ ਕੰਮ ਮਸ਼ੀਨਾਂ ਰਾਹੀਂ ਹੋ ਜਾਏ ਤੇ ਮੈਨੂੰ ਉੱਠਣਾ ਹੀ ਨਾ ਪਵੇ, ਮੇਰੇ ਭਾਂਡੇ ਵੀ ਕੋਈ ਮਾਂਜ ਦੇਵੇ, ਝਾੜੂ ਪੋਚਾ ਵੀ ਲਾ ਦੇਵੇ, ਹਨਾ, ਪੱਠੇ ਵੀ ਕੋਈ ਕੁਤਰ ਦੇਵੇ, ਸੋ ਸਾਰੇ ਕੰਮ ਮਸ਼ੀਨਾਂ ਕਰ ਦੇਣ ਜਾਂ ਕੋਈ ਹੋਰ ਬੰਦੇ ਕਰ ਦੇਣ। ਤੇ ਉਹ ਜਿਹੜਾ ਜਜ਼ਬਾ ਹੈ ਸਪਿਰਿਟ ਆਫ ਐਡਵੈਂਚਰ, ਜੇ 'ਚ ਸਰੀਰ ਨੂੰ ਕੋਈ ਦੁੱਖ ਤਕਲੀਫ, ਕੋਈ ਖਤਰਾ, ਕੋਈ ਜੋਖਮ ਝੱਲਣਾ ਪਵੇ, ਕੋਈ ਮੁਸ਼ਕ, ਕੋਈ ਪਸੀਨਾ ਨਿਕਲੇ, ਕੋਈ ਰਗੜ ਲੱਗੇ, ਕੋਈ ਮਿੱਟੀ ਲੱਗੇ, ਉਹ ਤੋਂ ਅਸੀਂ ਹੁਣ ਇਹ ਸਾਨੂੰ ਮਸ਼ੀਨਾਂ ਬਚਾਉਂਦੀਆਂ ਨੇ। ਐਕਸੈਪਟ ਅਲੋਂਗ ਮਸ਼ੀਨ ਮੇਡ ਲਾਈਨਸ, ਸਿਵਾਏ ਮਸ਼ੀਨਾਂ ਦੀਆਂ ਬਣਾਈਆਂ ਲੀਹਾਂ ਤੇ ਤੁਰਨ ਤੋਂ। ਹਾਂ, ਇਹ ਕਹਿੰਦੇ ਨੇ ਵੀ ਇਹ ਮਸ਼ੀਨ ਹੈਗੀ ਹੈ, ਇਹ ਇਹਦਾ ਇੰਸਟਰਕਸ਼ਨ ਮੈਨੂਅਲ ਹੈਗਾ, ਇਹ ਮਸ਼ੀਨ ਤੁਸੀਂ ਇਹ ਡੂਜ਼ ਐਂਡ ਡੋਂਟਸ ਹੈਗੇ ਨੇ, ਇਹ ਮਸ਼ੀਨ ਨੂੰ ਇੱਦਾਂ ਵਰਤਣਾ ਹੈ, ਕਰਨਾ ਹੈ, ਕਰਨਾ ਇੱਦਾਂ ਕਰਨਾ, ਇੱਦਾਂ ਤਾਰਾਂ ਜੋੜਨੀਆਂ, ਤੇ ਬਸ ਜੀ ਉਹਦੇ ਹਿਸਾਬ ਨਾਲ ਚੱਲੋ। ਤੇ ਦਿਮਾਗ ਦੀ ਵਰਤੋਂ ਜਾਂ ਕੋਈ ਹੋਰ ਆਪਣੇ ਵੱਲੋਂ ਕੋਈ ਵੱਖਰੇ ਢੰਗ ਨਾਲ ਕੰਮ ਕਰਨ ਦੀ ਜਿਹੜੀ ਸਪਿਰਿਟ ਹੈਗੇ ਉਹਨੂੰ ਇਹ ਦਬਾਉਂਦਾ ਹੈ। ਫਿਰ ਕਹਿੰਦੇ ਵੀ ਵਿਲ ਨੀਡ ਆਲ ਆਵਰ ਕ੍ਰੀਏਟਿਵ ਪਾਵਰਸ। ਪਾਵਰ ਮੈਨੇ ਤਾਕਤ, ਕ੍ਰੀਏਟਿਵ ਉਹਦੇ ਵਿੱਚ ਰਚਨਾਤਮਕ ਰੁਚੀ, ਸਿਰਜਨਾਤਮਕ ਰੁਚੀ। ਜਿਵੇਂ ਕੋਈ ਕਵੀ ਕਵਿਤਾ ਲਿਖਦਾ ਹੈ, ਕੋਈ ਗੀਤਕਾਰ ਗੀਤ ਲਿਖਦਾ ਹੈ, ਕੋਈ ਚਿੱਤਰਕਾਰ ਕੋਈ ਚਿੱਤਰ ਬਣਾਉਂਦਾ ਹੈ, ਕੋਈ ਮੂਵੀ ਮੇਕਰ ਕੋਈ ਮੂਵੀ ਬਣਾਉਂਦਾ ਹੈ, ਕੋਈ ਲਿਖਾਰੀ ਕੋਈ ਲੇਖ ਲਿਖਦਾ ਹੈ। ਇਹਨੂੰ ਕਹਿੰਦੇ ਕ੍ਰੀਏਟਿਵ ਰੁਚੀ, ਮਤਲਬ ਰਚਨਾਤਮਕ ਰੁਚੀਆਂ। ਜਾਂ ਕੋਈ ਚੀਜ਼, ਕੋਈ ਯੰਤਰ ਬਣਾਉਂਦਾ ਹੈ ਕਿਸੇ ਦੇ ਭਲੇ ਲਈ, ਜਾਂ ਕੋਈ ਹੋਰ ਕੰਮ ਕਰਦਾ ਹੈ। ਸੋ ਕਹਿੰਦੇ ਵੀ ਵਿਲ ਨੀਡ ਆਲ ਆਵਰ ਕ੍ਰੀਏਟਿਵ ਪਾਵਰਸ ਟੂ ਥਿੰਕ, ਸੋਚਣ ਲਈ, ਆਵਰ ਵੇ, ਕੀ ਸੋਚਣ ਲਈ? ਆਵਰ ਵੇ ਆਊਟ। ਵੇ ਆਊਟ ਹੁੰਦਾ ਬਾਹਰ ਨਿਕਲਣ ਦਾ ਰਸਤਾ। ਕਿਧਰੋਂ? ਆਫ ਦੀ ਸੋਸ਼ਲ ਪ੍ਰੋਬਲਮ, ਸਮਾਜਿਕ ਸਮੱਸਿਆਵਾਂ, ਵਿਚ ਸਾਇੰਸ ਹੈਜ਼ ਕ੍ਰੀਏਟਿਡ ਫॉर ਅਸ, ਜਿਹੜੀਆਂ ਵਿਗਿਆਨ ਨੇ ਸਾਡੇ ਲਈ ਖੜੀ ਕੀਤੀਆਂ। ਕਹਿੰਦੇ ਜਿਹੜੀਆਂ ਸਮਾਜਿਕ ਸਮੱਸਿਆਵਾਂ ਵਿਗਿਆਨ ਨੇ ਸਾਡੇ ਲਈ ਖੜੀਆਂ ਕੀਤੀਆਂ ਹਨ, ਸੋਸ਼ਲ ਪ੍ਰੋਬਲਮਸ ਵਿਚ ਸਾਇੰਸ ਹੈਜ਼ ਕ੍ਰੀਏਟਿਡ ਫॉर ਅਸ, ਜਿਹੜੀਆਂ ਸਮਾਜਿਕ ਸਮੱਸਿਆਵਾਂ ਵਿਗਿਆਨ ਨੇ ਸਾਡੇ ਲਈ ਖੜੀਆਂ ਕੀਤੀਆਂ ਹਨ, ਉਹਨਾਂ ਚੋਂ ਬਾਹਰ ਆਉਣ ਦਾ ਰਾਹ ਕੱਢਣ ਲਈ, ਆਵਰ ਵੇ ਆਊਟ, ਬਾਹਰ ਆਉਣ ਦਾ ਰਾਹ ਕੱਢਣ ਲਈ ਸਾਨੂੰ ਆਪਣੀਆਂ ਸਾਰੀਆਂ ਸਿਰਜਣ ਸ਼ਕਤੀਆਂ ਦੀ ਲੋੜ ਪਵੇਗੀ। ਵੀ ਵਿਲ ਨੀਡ, ਲੋੜ ਪਵੇਗੀ, ਆਲ ਆਵਰ ਕ੍ਰੀਏਟਿਵ ਪਾਵਰਸ, ਸਾਡੀਆਂ ਸਾਰੀਆਂ ਸਿਰਜਣ ਸ਼ਕਤੀਆਂ। ਅਰਥਾਤ ਬੜੇ ਧਿਆਨ ਨਾਲ, ਵਿਵੇਕ ਬੁੱਧੀ ਨਾਲ ਸੋਚ ਵਿਚਾਰ ਕੇ ਸਾਨੂੰ ਇਹ ਮਤਲਬ ਕਿ ਹੁਣ ਰਾਹ ਨਿਕਲੇਗਾ। ਇਹਨੇ ਸਹਿਜੇ ਜਿਸ ਹਿਸਾਬ ਨਾਲ ਮਸ਼ੀਨਾਂ ਨੇ, ਸਾਇੰਸ ਨੇ ਸਾਡੇ ਜੀਵਨ ਦੇ ਹਰ ਪੱਖ ਤੇ ਕਬਜ਼ਾ ਕਰ ਲਿਆ, ਇਹ ਚੋਂ ਬਾਹਰ ਨਿਕਲਣਾ ਇੰਨਾ ਹੁਣ ਸੌਖਾ ਨਹੀਂ। ਕਹਿੰਦੇ ਇਟ ਇਜ਼ ਸਾਇੰਸ ਦੈਟ ਹੈਜ਼ ਗਿਵਨ ਅਸ ਦੀ ਅਨਐਕਸਪੈਕਟਡ। ਅਨਐਕਸਪੈਕਟਡ ਮੈਨੇ ਬੱਚੋ ਅਨਚਿਤਵੀ, ਜਿਹਦੀ ਆਸ ਨਹੀਂ ਸੀਗੀ, ਆਸ ਤੋਂ ਵੱਧ। ਰੀਡਿਸਟ੍ਰੀਬਿਊਸ਼ਨ ਹੁੰਦਾ ਬੱਚੋ, ਡਿਸਟ੍ਰੀਬਿਊਸ਼ਨ ਹੁੰਦਾ ਵੰਡ, ਰੀਡਿਸਟ੍ਰੀਬਿਊਸ਼ਨ ਹੁੰਦਾ ਨਵੇਂ ਸਿਰਿਓਂ ਵੰਡ, ਕਹਿ ਸਕਦੇ ਹਾਂ, ਆਫ ਦੀ ਏਜ ਗਰੁੱਪਸ, ਅਰਥਾਤ ਉਮਰ ਦੇ ਜਿਹੜੇ ਦਲ ਨੇ ਉਹਨਾਂ ਦੀ ਵੰਡ ਕਰ ਦਿੱਤੀ ਹੈ। ਉਹ ਵਿਗਿਆਨ ਹੈ ਜਿਸਨੇ ਵੱਖ-ਵੱਖ ਉਮਰ ਦੇ ਧੜਿਆਂ ਦੀ ਅਣਚਿਤਵੀ ਨਵੀਂ ਵੰਡ ਸਾਨੂੰ ਦਿੱਤੀ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀਓ, ਇੱਥੇ ਤੱਕ ਅਸੀਂ ਕੀਤਾ ਪਾਰਟ 1, ਤੇ ਅਗਲੇ ਵੀਡੀਓ ਵਿੱਚ ਅਸੀਂ ਪਾਰਟ 2 ਕਰਾਂਗੇ, ਤੇ ਪਾਰਟ 2 ਅੰਤਲਾ ਪਾਰਟ ਹੋਏਗਾ, ਤੇ ਇਹ 2 ਭਾਗਾਂ ਵਿੱਚ ਸਾਰਾ ਲੈਸਨ ਖਤਮ ਹੋ ਜਾਏਗਾ। ਸੋ ਬੜਾ ਹੀ ਰੋਚਕ ਤੇ ਬੜਾ ਹੀ ਥਾਟ ਪ੍ਰੋਵੋਕਿੰਗ, ਮਤਲਬ ਜੋ ਸਾਨੂੰ ਸੋਚਣ ਲਈ ਮਜਬੂਰ ਕਰੇ, ਇਹ ਨਿਬੰਧ ਹੈ। ਤੇ ਵਿਦਿਆਰਥੀਓ ਤੁਸੀਂ ਤੇ ਪੜ੍ਹੋ, ਤੇ ਪੜ੍ਹ ਕੇ ਸਮਝ ਕੇ ਤੁਸੀਂ ਆਪਣੇ ਘਰ ਵਿੱਚ ਜਿਹੜੇ ਤੁਹਾਡੇ ਵੱਡੇ ਮੈਂਬਰ ਨੇ ਉਹਨਾਂ ਨਾਲ ਵੀ ਸਾਂਝਾ ਕਰੋ, ਤੁਹਾਡੀ ਰਿਵੀਜ਼ਨ ਵੀ ਹੋ ਜਾਏਗੀ, ਤੁਹਾਨੂੰ ਕੁਝ ਹੋਰ ਨਵੇਂ ਵਿਚਾਰ ਵੀ ਆਉਣਗੇ, ਤੇ ਬੜਾ ਕੁਝ ਸਿੱਖਣ ਲਈ ਇਸ ਲੇਖ ਵਿੱਚ, ਇਸ ਐਸੇ ਵਿੱਚ ਸਾਡੇ ਕੋਲ ਹੈ। ਤੇ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।